पावर परमात्मा ने नहीं दी। हाँ असं उन्होंने उल्टा जरूर करते हैं, असं उन्होंने खराब जरूर करते हैं। नेचर कहती है कि मैंने साफ करने की लोड़ नहीं करूँ, सिर्फ मैंने साफ करने दो। हवा पानी है, जलवायु है ना, मिट्टी है, असं उन्होंने साफ नहीं कर सकते। तुम गंगा ना मान देखा होगा बनारस कहते थे उत्थे वो बच्चियां दी स्पीशीज आनियां शुरू हो गई ਜਿਹੜੀਆਂ 10-20 ਸਾਲਾਂ ਵਿੱਚ ਕਿਸੇ ਨੇ ਨਹੀਂ ਸੀ ਦੇਖੀਆਂ। ਸੋ ਇਟ ਮੀਨਸ ਕਿ ਜੇ 20-25 ਦਿਨ ਦੇ ਵਿੱਚ ਪੋਲਿਊਸ਼ਨ ਘੱਟ ਜਾਏ, ਸਾਡੀਆਂ ਜਿਹੜੀਆਂ ਇੰਟਰਸੈਂਸਿਸ ਨੇ, ਸਾਡੀ ਜਿਹੜੀ ਦਖਲ ਅੰਦਾਜ਼ੀ ਹੈ ਐਨਵਾਇਰਨਮੈਂਟ ਨੂੰ ਖਰਾਬ ਕਰਨ ਦੀ, ਉਹ ਘੱਟ ਜਾਏਗੀ, ਅਗਲੀਆਂ ਸਿਚੁਏਸ਼ਨ ਵੈਸੀ ਠੀਕ ਹੋ ਜਾਣਗੀਆਂ। ਠੀਕ ਹੈ ਜੀ। ਸੋ ਸਟਾਰਟ ਕਰਦੇ ਹਾਂ। ਫੋਰੈਸਟ ਡੇ ਅਸੀਂ ਕੱਲ੍ਹ ਸੈਲੀਬ੍ਰੇਟ ਕੀਤਾ, ਵਰਲਡ ਫੋਰੈਸਟ ਡੇ ਸੈਲੀਬ੍ਰੇਟ ਕੀਤਾ, ਸ਼ਾਇਦ ਇੰਪਲੀਮੈਂਟ ਨਾ ਕੀਤਾ। सो सेलिब्रेट करना जितना जरूरी है, सेलिब्रेट करना भी एक अलार्म है ना, सवेरे अलार्म बजता है ਅਸੀਂ ਉੱਠਦੇ हैं, है ना, एक अलार्म है, बट वो इंप्लीमेंट करना, उठना तो यही एक्टिविटी जो साढ़े पढ़ने में पूरे करना, वो एक्शन प्रैक्टिस होनी चाहिए। ठीक है जी। सो आज मेरा वाटर कंजर्वेशन वर्ल्ड जो वाटर डे है वो सेलिब्रेट कर रहे हैं, डिटेल में सब कुछ देखेंगे। तो लेट्स स्टार्ट। सब तो पहले फॉरेस्ट की गल करते हैं। फॉरेस्ट सानू पता है कि सब तो इंपॉर्टेंट नेचुरल रिसोर्स है जिन्होंने ट्रीज ने डोमिनेट किया। बोटैनिकल लैंग्वेज के लिए ਅਸੀਂ ਕਹੀਏ ਤੇ ਅਸੀਂ ਜਿਹੜੀ ਵੈਜੀਟੇਸ਼ਨ ਹੈ ਉਹਨੂੰ ਤਿੰਨ ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ। ਹਰਬਸ ਛੋਟੇ ਸਾਈਜ਼ ਦੇ ਘਾਹ ਵਗੈਰਾ, ਦੈਨ ਸ਼ਰਬਸ ਮੀਡੀਅਮ ਸਾਈਜ਼ ਦੇ ਸ਼ਰਬਸ ਨੇ ਜਿਵੇਂ ਝਾੜੀਆਂ ਵਗੈਰਾ। ਠੀਕ ਹੈ। ਉਸ ਤੋਂ ਬਾਅਦ ਆਉਂਦਾ ਟਰੀ। ਟਰੀ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦੇ ਟਰੀਜ਼ ਹੁੰਦੇ ਨੇ, ਸ਼ਾਰਟ ਹਾਈਟਡ, ਮੀਡੀਅਮ ਹਾਈਟਡ ਐਂਡ ਲਾਰਜ ਹਾਈਟਡ। ਸੋ ਜਿਹੜੇ ਟਰੀ ਨੇ ਉਹ ਸਭ ਤੋਂ ਜ਼ਿਆਦਾ ਵੱਡਾ ਲੈਵਲ ਜਿਹੜਾ ਕੈਨੋਪੀ ਹੈ, ਕੈਨੋਪੀ ਸਮਝਦੇ ਹੋ, ਇੱਕ ਪੇੜ ਹੈ ਉਹਦਾ ਇੱਕ ਫੈਲਾਅ ਹੁੰਦਾ, ਜਿਹੜਾ ਬਰਗਦ ਹੈ ਉਹਦੀ ਕੈਨੋਪੀ ਸਭ ਤੋਂ ਵੱਡੀ ਹੁੰਦੀ ਹੈ, ਮਤਲਬ ਸਭ ਤੋਂ ਵੱਡੀ ਛਾਂ ਹੁੰਦੀ ਹੈ। ਠੀਕ ਹੈ ਜੀ। ਸੋ ਫੋਰੈਸਟ ਅਸੀਂ ਉਹਨੂੰ ਕਹਿੰਦੇ ਹਾਂ ਜਿਹਦੇ ਵਿੱਚ ਹਾਈਲੀ ਕੈਨੋਪੀ, ਜਿਹੜੇ ਹਾਈਐਸਟ ਕੈਨੋਪੀ ਵਾਲੇ ਟਰੀਜ਼ ਨੇ, ਪਲਾਂਟਸ ਨੇ, ਉਹ ਹੁੰਦੇ ਨੇ। ਠੀਕ ਹੈ ਜੀ। ਸੋ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੈਚੁਰਲ ਹੈਬਿਟੇਟ ਹੈ ਵਾਈਲਡ ਲਾਈਫ ਦੇ ਲਈ। ਅੱਛਾ ਅਸੀਂ ਗੱਲ ਕਰਦੇ ਹਾਂ, ਮੈਂ ਬੱਚਿਆਂ ਨੂੰ ਪੁੱਛਦੀ ਹਾਂ ਸਾਨੂੰ ਜ਼ਿੰਦਾ ਰਹਿਣ ਦੇ ਲਈ ਕਿਹੜੀ ਗੈਸ ਦੀ ਜ਼ਰੂਰਤ ਹੈ ਬੇਟਾ? ਆਕਸੀਜਨ। ਠੀਕ ਹੈ। ਤੇ ਜੇ ਸਾਡੇ ਅੰਦਰ ਕਾਰਬਨ ਡਾਈਆਕਸਾਈਡ ਦੱਬੀ ਰਹੇ, ਅਸੀਂ ਉਹਨੂੰ ਕੀ ਕਹਿੰਦੇ ਨੇ ਐਕਸਪਾਇਰ ਨਾ ਐਕਸਹੇਲ ਨਾ ਕਰੀਏ ਤਾਂ ਕੀ ਹੋਏਗਾ? ਸਾਡੀ ਡੈਥ ਹੋ ਜਾਏਗੀ। ਸੋ ਪੂਰੀ ਦੁਨੀਆ ਦੇ ਉੱਪਰ ਇੱਕੋ ਹੀ ਐਸੀ ਪ੍ਰੋਸੈਸ ਹੈ ਜਿਹੜੀ ਸਾਡੇ ਤੋਂ ਸਾਡੀ ਮੌਤ ਲੈਂਦੀ ਹੈ, CO2 ਲੈਂਦੀ ਹੈ ਤੇ ਆਕਸੀਜਨ ਸਾਨੂੰ ਦਿੰਦੀ ਹੈ। ਦੈਟ ਇਜ਼ ਫੋਟੋਸਿੰਥੇਸਿਸ। प्लांट्स फोटोसिंथेसिस करते हैं, CO2 ਨੂੰ यूज करते हैं, ਜਿਹੜੀ ਅਸੀਂ एक्सहेल करते हैं ਤੇ ਆਕਸੀਜਨ ਨੂੰ ਉਹ ਕੀ ਕਰਦੇ ਨੇ? ਐਮਿਟ ਕਰਦੇ ਨੇ। ਸੋ ਸਾਨੂੰ ਜ਼ਿੰਦਗੀ ਕਿੱਥੋਂ ਮਿਲਦੀ ਹੈ? ਪਲਾਂਟਸ ਤੋਂ। ਸੋ ਜੇ ਫੋਰੈਸਟ ਨਹੀਂ ਹੋਣਗੇ ਜਾਂ ਫੋਰੈਸਟ ਘਟਦੇ ਜਾਣਗੇ ਜਾਂ ਪਲਾਂਟਸ ਘਟਦੇ ਜਾਣਗੇ, ਅਸੀਂ ਆਪਣੇ ਸ਼ਹਿਰ ਦੇ ਵਿੱਚ ਵੀ ਕਾਫੀ ਸਾਰੀਆਂ ਚੀਜ਼ਾਂ ਦੇਖੀਆਂ ਨੇ, ਜਦੋਂ 6 ਲੇਨ ਬਣੀ ਸੀ ਕਿੰਨੇ ਜ਼ਿਆਦਾ ਪਲਾਂਟਸ ਕੱਟੇ ਗਏ ਸੀ, ਹੈ ਨਾ। ਹਾਲਾਂਕਿ ਉਹ ਵੀ ਇੱਕ ਨੀਡ ਸੀ, ਬਟ ਐਨੀ ਹਾਊ ਉਨਾ ਜ਼ਿਆਦਾ ਜਿੰਨੇ ਕੱਟੇ ਗਏ ਸੀ ਉਹਨੇ ਹਲੇ ਰਿਕਵਰ ਤਾਂ ਨਹੀਂ ਹੋਈ। ਠੀਕ ਹੈ ਜੀ। ਸੋ ਇਸ ਕਰਕੇ ਜਿਹੜੀ ਫੋਟੋਸਿੰਥੇਸਿਸ ਹੈ ਉਹ ਵੀ ਦੁਨੀਆ ਦੀ ਇੱਕੋ ਹੀ ਪ੍ਰੋਸੈਸ। ਅਸੀਂ ਕਹਿੰਦੇ ਹਾਂ ਨਾ ਜਦ ਤੱਕ ਪਲਾਂਟਸ ਨਹੀਂ ਤਦ ਤੱਕ ਅਸੀਂ ਹਾਂ। ਕਿਉਂ ਆ? ਕਿਉਂਕਿ ਸਾਨੂੰ ਆਕਸੀਜਨ ਹੀ ਦੇਣ ਵਾਲਾ ਇੱਕ ਪਲਾਂਟ ਹੈ। ਜਿਸ ਦਿਨ ਪਲਾਂਟ ਖਤਮ ਹੋ ਗਏ, ਫੋਟੋਸਿੰਥੇਸਿਸ ਖਤਮ ਹੋ ਗਈ, ਫੋਟੋਸਿੰਥੇਸਿਸ ਖਤਮ ਹੋ ਗਈ, ਮਤਲਬ ਅਸੀਂ ਖਤਮ ਹੋ ਗਏ। ਠੀਕ ਹੈ ਜੀ। ਸੋ ਜਿਹੜਾ ਵਰਲਡ ਦਾ 1/3 ਏਰੀਆ ਹੈ, ਮੋਰ ਦੈਨ 30% ਉਹ ਫੋਰੈਸਟ ਨੇ ਕਵਰ ਕੀਤਾ ਹੋਇਆ। ਇੰਟਰਨੈਸ਼ਨਲ ਡੇ ਆਫ ਫੋਰੈਸਟ ਜਿਹੜਾ ਹੈਗਾ ਉਹ ਐਸਟੈਬਲਿਸ਼ ਹੋਇਆ ਸੀ, ਜਿਵੇਂ ਕਿ ਸਰ ਨੇ ਦੱਸਿਆ 21 ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਡਿਸਾਈਡ ਕੀਤਾ ਸੀ ਨਵੰਬਰ 28, 2012 ਦੇ ਵਿੱਚ ਇੱਕ ਮੀਟਿੰਗ ਹੋਈ ਸੀ। ਸੋ ਸ਼ਾਰਟਲੀ ਦੱਸਾਂਗੀ 21 ਮਾਰਚ 2013 ਤੋਂ ਜਿਹੜਾ ਹੈਗਾ ਫਸਟ ਫੋਰੈਸਟ ਡੇ ਮਨਾਇਆ ਗਿਆ ਸੀ ਔਰ ਵਰਲਡ ਵਾਈਡ ਇਹ ਨੌਲੇਜ ਜਿਹੜੀ ਸੀ ਉਹ ਐਕਸਪੈਂਡ ਕੀਤੀ ਗਈ ਕਿ ਫੋਰੈਸਟ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਕ ਡਾਟਾ ਦੇ ਅਕੋਰਡਿੰਗ ਪਿਛਲੇ 50 ਸਾਲਾਂ ਦੇ ਵਿੱਚ ਜਿਹੜਾ ਸੀ 50 ਸਾਲ ਪਹਿਲੇ 50 ਇਅਰਸ ਪਹਿਲੇ more than 50% area was covered by forest। ਅਸੀਂ ਚੰਡੀਗੜ੍ਹ ਜਾਂਦੇ ਹਾਂ, ਚੰਡੀਗੜ੍ਹ ਦੇਖਦੇ ਹਾਂ, ਚੰਡੀਗੜ੍ਹ ਦੀ ਇੱਕ ਫੋਰੈਸਟ ਹੁੰਦਾ ਸੀ, ਬਟ ਉਸ ਤੋਂ ਬਾਅਦ ਉਹਨੂੰ ਕਨਵਰਟ ਕਰਕੇ ਸਿਟੀ ਬਣਾ ਦਿੱਤਾ ਗਿਆ, ਪੰਜਾਬ ਦੀ ਰਾਜਧਾਨੀ। ਸੋ ਹੁਣ ਜਿਹੜਾ ਏਰੀਆ ਹੈਗਾ ਫੋਰੈਸਟ ਦਾ ਉਹ 50% ਤੋਂ 30% ਆ ਗਿਆ ਪੂਰੀ ਦੁਨੀਆ ਦਾ। ਸੋ 1/2 ਹਾਫ ਹੁੰਦਾ ਸੀ, ਹੁਣ 1/3 ਆ ਗਿਆ। ਠੀਕ ਹੈ ਜੀ। ਔਰ ਡੇ ਬਾਈ ਡੇ ਸ਼੍ਰਿੰਕ ਹੁੰਦਾ ਜਾ ਰਿਹਾ। ਸੋ ਫੋਰੈਸਟ ਦੇ ਸੈਲੀਬ੍ਰੇਟ ਕਿਵੇਂ ਕੀਤਾ ਜਾਂਦਾ ਹੈ? ਲੋਕਲ ਫੋਰੈਸਟ ਜਾਂ ਫਿਰ ਜਿਹੜੀਆਂ ਸਾਡੀਆਂ ਨੈਚੁਰਲ ਰਿਜ਼ਰਵਸ ਨੇ ਉਹਨਾਂ ਨੂੰ ਵਿਜ਼ਿਟ ਕਰਕੇ ਉੱਥੇ ਦੇਖ ਕੇ। ਸੋ ਅਸੀਂ ਫੋਰੈਸਟ ਤੇ ਜ਼ੋਰ ਕਿਉਂ ਦਿੰਦੇ ਹਾਂ? ਦੁਨੀਆ ਦੀ ਜਿਹੜੀ 80% ਤੋਂ ਜ਼ਿਆਦਾ ਪੋਪੂਲੇਸ਼ਨ ਹੈ, ਅਸੀਂ ਬਾਇਓਡਾਇਵਰਸਿਟੀ ਦੀ ਗੱਲ ਕਰਦੇ ਹਾਂ। ਜਿੱਥੇ ਪਲਾਂਟ ਜ਼ਿਆਦਾ ਹੋਣਗੇ ਉੱਥੇ ਐਨੀਮਲ ਜ਼ਿਆਦਾ ਹੋਣਗੇ, ਜਿੱਥੇ ਪਲਾਂਟਸ ਦੀ ਜ਼ਿਆਦਾ ਵੈਰਾਈਟੀ ਹੋਏਗੀ, ਮਤਲਬ ਜ਼ਿਆਦਾ ਬਾਇਓਡਾਇਵਰਸਿਟੀ ਹੋਏਗੀ, ਬਾਇਓਡਾਇਵਰਸਿਟੀ
ਅਸੀਂ ਇੱਕ ਏਰੀਆ ਦੇ ਵਿੱਚ ਬੈਠੇ ਹਾਂ, ਠੀਕ ਹੈ ਜੀ। ਇੱਥੇ ਜੇ ਨੰਬਰ ਆਫ ਸਪੀਸ਼ੀਜ਼ ਇਨਕਲੂਡਿੰਗ ਐਨੀਮਲਸ, ਪਲਾਂਟਸ, ਮਾਈਕਰੋ ਆਰਗੈਨਿਜ਼ਮਸ ਜੀ ਇੱਥੇ ਹੈਗੀਆਂ ਨੇ 50, ਠੀਕ ਹੈ ਜੀ। ਇੱਥੋਂ ਬਾਅਦ ਅਸੀਂ ਦੇਖਦੇ ਹਾਂ ਉੱਥੇ ਸਪੀਸ਼ੀਜ਼ ਹੋਣਗੀਆਂ 100। ਸੋ ਇਟ ਮੀਨਸ ਕਿ ਉੱਥੋਂ ਦੀ ਬਾਇਓਡਾਇਵਰਸਿਟੀ ਇੱਥੇ ਨਾਲੋਂ ਜ਼ਿਆਦਾ ਅੱਛੀ ਹੈ। ਕਿਉਂ ਅੱਛੀ ਹੈ? ਕਿਉਂਕਿ ਉੱਥੇ ਦਾ ਖਾਣ ਪੀਣ ਜਾਂ ਫਿਰ ਉੱਥੋਂ ਦੇ ਜਿਹੜੇ ਨੈਚੁਰਲ ਐਨਵਾਇਰਨਮੈਂਟ, ਜਿਹੜੇ ਨੈਚੁਰਲ ਕੰਡੀਸ਼ਨਸ ਨੇ, ਹਵਾ ਹੈ, ਪਾਣੀ ਹੈ, ਮਿੱਟੀ ਹੈ, ਮੋਇਸਚਰ ਹੈ, ਪੀਐਚ ਹੈ, ਉਹ ਜ਼ਿਆਦਾ ਅੱਛੀ ਹੋਏਗੀ। ਸੋ ਫੋਰੈਸਟ ਦੇ ਵਿੱਚ ਇਹ ਸਾਰੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਨੈਚੁਰਲੀ ਮਿਲਦੀਆਂ ਨੇ, ਪਲਾਂਟਸ ਨੂੰ ਵੀ ਤੇ ਐਨੀਮਲਸ ਨੂੰ ਵੀ। ਅਸੀਂ ਫੂਡ ਚੇਨ, ਭੋਜਨ ਲੜੀ ਪੜ੍ਹਦੇ ਹਾਂ, ਫੂਡ ਵੈਬ ਵੀ ਪੜ੍ਹਦੇ ਹਾਂ, ਠੀਕ ਹੈ ਜੀ। ਸੋ ਜਿਹੜੀ ਫੂਡ ਚੇਨ ਔਰ ਫੂਡ ਵੈਬ ਹੈ ਉਹ ਵੀ ਸਾਨੂੰ ਫੋਰੈਸਟ ਦੇ ਵਿੱਚ ਮਿਲਦੀ ਹੈ। ਕੰਪਲੀਟ ਫੂਡ ਚੇਨ ਜਿਹੜੀ ਹੈ ਉਹ ਫੋਰੈਸਟ ਵਿੱਚ ਹੀ ਮਿਲੇਗੀ। ਅਸੀਂ ਹਮੇਸ਼ਾ ਪੜ੍ਹਦੇ ਹਾਂ ਜਿਹੜਾ ਹੈਗਾ ਪਹਿਲੇ ਪ੍ਰੋਡਿਊਸਰ ਹੈ, ਉਸ ਤੋਂ ਬਾਅਦ ਹਰਬੀਵੋਰਸ ਹੈ, ਫਿਰ ਪ੍ਰਾਇਮਰੀ ਕੰਜ਼ਿਊਮਰ ਹੈ, ਸੈਕੰਡਰੀ ਕੰਜ਼ਿਊਮਰ ਹੈ, ਇਹਨੂੰ ਸਾਰੇ ਨੂੰ ਅਸੀਂ ਫੂਡ ਚੇਨ ਕਹਿੰਦੇ ਹਾਂ। ਸੋ ਫੋਰੈਸਟ ਦੇ ਵਿੱਚ ਸਭ ਤੋਂ ਜ਼ਿਆਦਾ ਸਾਨੂੰ ਬਾਇਓਡਾਇਵਰਸਿਟੀ ਮਿਲਦੀ ਹੈ ਔਰ ਪੂਰੀ ਦੁਨੀਆ ਦੀ ਜਿਹੜੀ 80% ਪੋਪੂਲੇਸ਼ਨ ਹੈ ਜਾਂ 80% ਕਮਿਊਨਿਟੀਜ਼ ਨੇ, ਪਲਾਂਟਸ ਦੀਆਂ ਵੀ ਔਰ ਐਨੀਮਲਸ ਦੀਆਂ ਵੀ, ਉਹ ਸਾਰੀਆਂ ਫੋਰੈਸਟ ਵਿੱਚ ਮਿਲਦੀਆਂ, ਠੀਕ ਹੈ ਜੀ। ਸੋ ਇੰਪੋਰਟੈਂਸ ਜਿਵੇਂ ਅਸੀਂ ਸ਼ੇਅਰ ਕੀਤਾ ਹੈ, ਸਾਨੂੰ ਸ਼ੈਲਟਰ, ਸ਼ੇਡ ਔਰ ਤਾਜ਼ਾ ਜਿਹੜਾ ਹਵਾ ਪਾਣੀ ਮਿਲਦੇ ਨੇ ਫੋਰੈਸਟ। ਉਸ ਤੋਂ ਬਾਅਦ ਬਹੁਤ ਸਾਰੇ ਟੋਟਲ ਅਸੀਂ 5 ਕਿੰਗਡਮ ਪੜ੍ਹਦੇ ਹਾਂ। ਕਿੰਗਡਮ ਮੋਨਰਾ ਜਿਹਦੇ ਵਿੱਚ ਵਾਇਰਸ, ਬੈਕਟੀਰੀਆ ਸਾਰੇ ਆਉਂਦੇ ਨੇ ਸਾਡੇ, ਕਿੰਗਡਮ ਪ੍ਰੋਟਿਸਟਾ, ਦੈਨ ਕਿੰਗਡਮ ਫੰਜਾਈ ਜਿਹਦੇ ਵਿੱਚ ਫੰਗਸ ਆਉਂਦੀ ਹੈ, ਕਿੰਗਡਮ ਪਲਾਂਟੀ ਐਂਡ ਕਿੰਗਡਮ ਐਨੀਮੇਲੀਆ। ਇਹਨਾਂ ਪੰਜ ਦੇ 5 ਕਿੰਗਡਮਸ ਦੇ ਜਿਹੜੇ ਆਰਗੈਨਿਜ਼ਮਸ ਨੇ ਉਹ ਸਾਨੂੰ ਦੁਨੀਆ 'ਚ ਹੋਰ ਕਿਤੇ ਨਹੀਂ ਮਿਲਣਗੇ। ਕਿੱਥੇ ਮਿਲਣਗੇ? ਫੋਰੈਸਟ ਦੇ ਵਿੱਚ, ਠੀਕ ਹੈ ਜੀ। ਸੋ ਬਹੁਤ ਜ਼ਿਆਦਾ ਐਨਰਿਚ ਏਰੀਆ ਹੁੰਦਾ। ਸੋ ਇਸ ਤੋਂ ਇਲਾਵਾ ਜਿਹੜੀਆਂ ਫੋਰੈਸਟ ਹੈ ਇਹਦੇ ਤੋਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਕਿਉਂਕਿ ਉੱਥੇ ਟਰੀਜ਼ ਨੇ, ਉਹਦੇ 'ਚ ਕਾਫੀ ਸਾਰੇ ਮੈਡੀਸਨਲ ਟਰੀਜ਼ ਵੀ ਹੁੰਦੇ ਨੇ, ਮੈਡੀਸਨਲ ਪਲਾਂਟਸ, ਸਾਨੂੰ ਮੈਡੀਸਿਨਸ ਮਿਲਦੀਆਂ ਨੇ। ਹਰਬਲ ਮੈਡੀਸਿਨਸ ਦੇ ਬਾਰੇ ਅਸੀਂ ਪੜ੍ਹਦੇ ਹਾਂ, ਕਿੰਨੀਆਂ ਇਫੈਕਟਿਵ ਨੇ, ਹੈ ਨਾ ਜੀ। ਸੋ ਫਿਊਲ ਮਿਲਦਾ ਹੈ, ਪਾਊਡਰ, ਇਸੈਂਸ਼ੀਅਲ ਆਇਲ, ਹਰ ਤਰ੍ਹਾਂ ਦੀ ਜਿਹੜੀ ਸਾਡੀ ਫਰੋਮ ਟਿਪ ਟੂ ਟੋਏ ਸਾਡੀਆਂ ਜਿੰਨੀਆਂ ਵੀ ਬੇਸਿਕ ਰਿਕੁਆਇਰਮੈਂਟਸ ਨੇ ਉਹ ਸਾਰੀਆਂ ਫੋਰੈਸਟ ਤੋਂ ਪੂਰੀਆਂ ਹੁੰਦੀਆਂ, ਠੀਕ ਹੈ ਜੀ। ਸੋ ਲਾਈਫ ਦੇ ਉੱਪਰ ਦਰਖਤਾਂ ਤੋਂ ਬਿਨਾਂ, ਟਰੀਜ਼ ਤੋਂ ਬਿਨਾਂ ਸਰਵਾਈਵ ਕਰਨਾ ਮੁਸ਼ਕਿਲ ਹੈ, ਜਿਵੇਂ ਕਿ ਅਸੀਂ ਫੋਟੋਸਿੰਥੇਸਿਸ ਦੀ ਗੱਲ ਕੀਤੀ ਹੈ। ਉਸ ਤੋਂ ਬਾਅਦ ਇੱਕ ਹੋਰ ਪ੍ਰੋਸੈਸ ਹੁੰਦੀ ਹੈ, ਮੈਂ ਇੱਥੇ ਮੈਂਸ਼ਨ ਕਰਨਾ ਚਾਹਾਂਗੀ। ਫੋਟੋਸਿੰਥੇਸਿਸ ਹੈ ਪਲਾਂਟਸ ਦਾ ਖਾਣਾ ਬਣਾਉਣਾ। ਸੈਕਿੰਡ ਇਜ਼ ਟ੍ਰਾਂਸਪੀਰੇਸ਼ਨ। ਟ੍ਰਾਂਸਪੀਰੇਸ਼ਨ ਕੀ ਹੈ? ਪਲਾਂਟ ਮਿੱਟੀ ਦੇ ਵਿੱਚ ਪਾਣੀ ਖਿੱਚਦਾ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਹਦੇ ਵਿੱਚ ਇੱਕ ਥਿਊਰੀ ਲੱਗਦੀ ਹੈ ਕਿ ਪਲਾਂਟ ਨੇ ਪਾਣੀ ਲਿੱਤਾ ਮਿੱਟੀ ਵਿੱਚੋਂ, ਉਸ ਤੋਂ ਬਾਅਦ ਜਿੰਨਾ ਐਕਸੈਸ ਆਫ ਵਾਟਰ ਹੋਏਗਾ ਜਾਂ ਜਿੰਨੀਆਂ ਵੀ ਉਹਨੇ ਐਕਸਚੇਂਜ ਆਫ ਗੈਸਿਸ ਕਰਨੀਆਂ ਨੇ ਉਹ ਸਾਰੀਆਂ ਟ੍ਰਾਂਸਪੀਰੇਸ਼ਨ ਦੇ ਥਰੂ ਬਾਹਰ ਨਿਕਲਣਗੀਆਂ। ਔਰ ਜਿੰਨੀ ਜ਼ਿਆਦਾ ਟ੍ਰਾਂਸਪੀਰੇਸ਼ਨ ਹੋਏਗੀ ਪਲਾਂਟਸ ਦੇ ਵਿੱਚ, ਉਨੀ ਹੀ ਜ਼ਿਆਦਾ ਇਵੈਪੋਰੇਸ਼ਨ ਹੋਏਗੀ, ਕੰਡੈਂਸਿੰਗ ਹੋਏਗੀ, ਕਲਾਉਡਸ ਬਣਨਗੇ। ਔਰ ਜਿੰਨੇ ਕਲਾਉਡਸ ਬਣਨਗੇ ਉਨੀ ਬਾਰਿਸ਼ ਹੋਏਗੀ, ਔਰ ਜਿੰਨੀ ਬਾਰਿਸ਼ ਹੋਏਗੀ ਉਨਾ ਹੀ ਪਾਣੀ ਜਿੰਨਾ ਹੈ ਜ਼ਮੀਨ ਦੇ ਵਿੱਚ ਵਾਪਸ ਆਏਗਾ, ਰਚੇਗਾ, ਠੀਕ ਹੈ ਜੀ। ਔਰ ਅਸੀਂ ਜਦੋਂ ਮਿੱਟੀ ਦੀ ਐਨਾਟੋਮੀ ਪੜ੍ਹਦੇ ਹਾਂ ਨਾ, ਉਹਦੇ ਵਿੱਚ ਇੱਕ ਲੇਅਰ ਹੁੰਦੀ ਹੈ ਮਿੱਟੀ ਦੇ ਉੱਪਰ, ਦੈਟ ਇਜ਼ ਕਾਲਡ ਆਰਗੈਨਿਕ ਲੇਅਰ। ਜਿੱਥੇ ਫੋਰੈਸਟ ਹੈ, ਜਿੱਥੇ ਪਲਾਂਟ ਨੇ, ਉੱਥੇ ਜਿਹੜੀ ਲੇਅਰ ਹੈ ਆਰਗੈਨਿਕ ਲੇਅਰ, ਉਹ ਕਿਉਂ ਇੰਨੀ ਜ਼ਿਆਦਾ ਨਿਊਟ੍ਰੀਐਂਟ ਰਿਚ ਹੁੰਦੀ ਹੈ? ਪੱਤੇ ਝੜਦੇ ਨੇ ਪਲਾਂਟਸ ਦੇ, ਸਾਨੂੰ ਲੱਗਦਾ ਕਿ ਗੰਦ ਪੈ ਗਿਆ, ਝਾੜੂ ਮਾਰ ਦਿਓ, ਹੈ ਨਾ। ਫੋਰੈਸਟ ਦੇ ਵਿੱਚ ਕੋਈ ਝਾੜੂ ਨਹੀਂ ਮਾਰਦਾ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿੰਨੇ ਵੀ ਪੱਤੇ ਨੇ, ਜਿੰਨੇ ਵੀ ਇਹਦੇ ਸ਼ਾਖਾਵਾਂ, ਜਿੰਨੇ ਵੀ ਨੈਚੁਰਲ ਪ੍ਰੋਸੈਸ ਜਿਹੜੀ ਹੈ ਪਲਾਂਟ ਦੀ, ਉਹਦੇ ਫਰੂਟ ਵੀ ਇਨਫੈਕਟ ਜਦੋਂ ਗਲ ਕੇ ਪੱਕ ਕੇ ਨੀਚੇ ਗਿਰਦਾ, ਠੀਕ ਹੈ, ਉਹ ਉਸ ਮਿੱਟੀ ਵਿੱਚ ਮਿਲਦਾ। ਉਹਦਾ ਜਿਹੜਾ ਨਿਊਟ੍ਰੀਟਿਵ ਕੰਟੈਂਟ ਹੈ, ਜੋ ਵੀ ਨਿਊਟ੍ਰੀਸ਼ਨ ਹੈ, ਉਹਨੂੰ ਕਿੰਨੇ ਜ਼ਿਆਦਾ ਵਧਾ ਦਿੰਦਾ। ਸੋ ਸੋਇਲ ਦਾ ਮੋਇਸਚਰ ਕੰਟੈਂਟ ਤੇ ਮੇਨਟੇਨ ਹੋਇਆ ਹੀ ਹੋਇਆ ਬੇਟਾ, ਉਹ ਮਿੱਟੀ ਜਿੰਨੀ ਆਰਗੈਨਿਕ ਮਿੱਟੀ ਸਾਨੂੰ ਕਿਤੇ ਮਿਲ ਨਹੀਂ ਸਕਦੀ, ਠੀਕ ਹੈ ਜੀ। ਮੈਨੂੰ ਯਾਦ ਹੈ 2010 ਦੇ ਵਿੱਚ ਮੈਂ ਐਮਫਿਲ ਕਰ ਰਹੀ ਸੀ ਯੂਨੀਵਰਸਿਟੀ। ਸਾਡਾ ਇੱਕ ਸੈਮੀਨਾਰ ਸੀ, ਇੰਡੀਅਨ ਬੋਟੈਨੀਕਲ ਗਾਰਡਨ ਹੈ ਕੋਲਕਾਤਾ ਦੇ ਵਿੱਚ। ਮੈਂ ਉੱਥੇ ਗਈ ਅਤੇ ਉੱਥੋਂ ਦੇ ਜਿਹੜੇ ਡਾਇਰੈਕਟਰ ਸੀ ਉਹ ਸਾਨੂੰ ਰਿਕਾਰਡ ਕਰ ਰਹੇ ਸੀ। ਅਸੀਂ ਨਾ ਉੱਥੇ ਪਲਾਂਟਸ ਦੇਖੇ, ਕੋਈ ਕਿਤੇ ਜਾ ਰਿਹਾ। ਸਾਡੇ ਲਈ ਇਹ ਸੀਗਾ ਕਿ ਬੋਟੈਨੀਕਲ ਗਾਰਡਨ ਹੈ, ਅੱਛਾ ਪ੍ਰੋਪਰ ਕਟਿੰਗ ਹੋਏਗੀ, ਕਿਸੇ ਨੂੰ ਘੋੜੇ ਦੀ ਸ਼ੇਪ ਦਿੱਤੀ ਹੋਏਗੀ, ਕਿਸੇ ਨੂੰ ਹਾਥੀ ਦੀ ਸ਼ੇਪ ਦਿੱਤੀ ਹੋਏਗੀ, ਕੋਈ ਗੋਲ ਹੋਏਗਾ, ਹੈ ਨਾ, ਪ੍ਰੋਪਰ ਕਟਿੰਗ ਹੋਏਗੀ। ਉੱਥੇ ਨਾ ਪੂਰੀ ਲੈਂਡਸਕੇਪ ਦੀ ਤਰ੍ਹਾਂ ਨਜ਼ਰ ਆ ਰਿਹਾ ਸੀ। ਲੈਂਡਸਕੇਪ ਸਮਝਦੇ ਹੋ ਕਿ ਪਲਾਂਟ ਦੀ ਕਟਿੰਗ ਨਹੀਂ ਹੋਈ, ਜਿਹਦੀ ਕਿੱਧਰ ਬ੍ਰਾਂਚ ਜਾ ਰਹੀ ਹੈ ਜਾਣਦੇ ਹੋ, ਦੋ ਬ੍ਰਾਂਚ ਆਪਸ ਵਿੱਚ ਮਿਕਸ ਕਰਦੇ ਕਰਨ ਦਿਓ। ਮੈਂ ਡਾਇਰੈਕਟਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਸਰ ਇਹ ਇਸ ਤਰ੍ਹਾਂ ਕਿਉਂ ਆ, ਵੀ ਇਹ ਕਟਿੰਗ ਕਿਉਂ ਨਹੀਂ ਹੋਈ ਇਹਨਾਂ ਦੀ, ਇੰਨਾ ਵੇਗ ਕਿਉਂ ਲੱਗ ਰਿਹਾ, ਜੰਗਲ ਜਿਹਾ ਕਿਉਂ ਲੱਗ ਰਿਹਾ? ਉਹਦਾ ਨੇ ਮੈਨੂੰ ਉੱਥੇ ਫੜ ਲਿਆ, ਕਹਿੰਦੇ ਯੂ ਆਰ ਏ ਬੋਟਨਿਸਟ, ਤੂੰ ਬੋਟਨੀ ਦੀ ਸਟੂਡੈਂਟ ਹੈ, ਕਹਿੰਦੇ ਤੈਨੂੰ ਪਤਾ ਗਾਰਡਨ ਕੀ ਹੁੰਦਾ? ਮੈਂ ਕਿਹਾ ਸਰ ਗਾਰਡਨ ਮਤਲਬ ਜਿਹੜਾ ਵੈਲ ਮੇਨਟੇਨ ਹੁੰਦਾ। ਕਹਿੰਦੇ ਨਹੀਂ, ਉਹ ਜਿਹੜਾ ਵੈਲ ਮੇਨਟੇਨ ਹੁੰਦਾ ਉਹਨੂੰ ਗਾਰਡਨ ਨਹੀਂ, ਉਹਨੂੰ ਲੌਨ ਕਹਿੰਦੇ ਨੇ। ਕਹਿੰਦੇ ਉਹ ਘਰ ਦੇ ਵਿੱਚ ਹੁੰਦਾ ਨਾ, ਸਾਨੂੰ ਇੱਦਾਂ ਦੀ ਸ਼ੇਪ ਬਣਾ ਲਈ, ਘਾਹ ਕੱਟ ਲਿਆ, ਇਸ ਤਰ੍ਹਾਂ ਕਰ ਲਿਆ, ਉਸ ਤਰ੍ਹਾਂ, ਕਿਉਂਕਿ ਅਸੀਂ ਉੱਥੇ ਬੈਠਣਾ ਹੈ ਨੈਚੁਰਲੀ।
कहते सपोज करो ये प्लांट की जगह तू होंगी, मतलब मैं होंगी, कहते कोई कहता कि तेरी एक उंगल वड्डी है एक छोटी है कट के बराबर कर दो, कितना तो लगता, कहते जितना दर्द तेनों होगा ना, मैं उन्होंने वर्डिंग दस रही आई स्टिल रिमेंबर, मैंने उन्होंने नाम नहीं याद है, मस्ट हैव बीन रिटायर्ड क्योंकि 11-12 साल पहला की गल है, बट मैं आज तक नहीं भूली। कहते जे इदा बंदे ने देख के अपन लगे अच्छा इतों मोटा है, यदा पेट कट दो, यदि उंगली वड्डी है, यह कट दो, हाइट वड्डी है, इदा कर दो, कहते किदा का लगता, प्लांट्स को भी उतना ही दुख लगता है, पर कहना असं बोल देते हैं वो बोल देते। कहते रोजाना तुम इमेजिन करो कि दुनिया के शेप के नाम से, शेप बनाने के नाम से कितने प्लांट करते जाते हैं, तो उन्होंने कितने ज़्यादा जी वैजीटेशन है खराब होंगी, कितनी ज़्यादा जी हैगी है फोटोसिंथेसिस रोकती। सो उस तो बाद मैं अपने मन में एक कंसैप्ट बनाया कि प्लांट जोड़े ने गार्डन है एक नैचुरली अपनी गार्डन होना चाहिए, इट शुड बी अ लैंडस्केप, इट शुड नॉट बी अ ट्रेंड नहीं होना चाहिए, ठीक है जी। सो जो फॉरेस्ट है बेटा वो ट्रेंड नहीं होता, वो इंटैक्ट होता, ठीक है जी। सो अगे चलते हैं, दूसरा एयर फिल्टर की तरह काम करते हैं, बहुत सारे असं घर के मनी प्लांट लगाते हैं, सब लग्या होएगा, सरपेंटाइना जोड़े वेरीगेटेड लीव्स वाले होंगे ने ना, वेरीगेटेड पत्ता जो ऊपर येलो येलो पैटर्न होता है, वो भी असं घर के लगाते हैं, पता क्यों लगाते हैं, क्योंकि वो एयर प्योरीफायर। पुराने जमाने में असं बोगनवेलिया जी मजेंटा कलर के प्लांट्स होंगे ने, आई एम सॉरी मैंने पंजाबी के नाम बहुत ज़्यादा नहीं पता, बट यू मस्ट बी कैचिंग माई वर्ड्स, ठीक है। सो वो लगाते हैं, ये सारे एयर प्योरीफायर्स ने, तुलसी लगाते हैं, है ना, सर्पगंधा लगाते हैं, कहते सर्पगंधा जितने रखती है उत्थे सप नहीं आता, और सप के डंगरे भी बड़ी ज़्यादा फायदेमंद होंगे, है ना। सीविया लगाते हैं, काफ़ी सारे लोगों को आजकल डायबिटिक ने, है ना। सो मैं जो इंस्टीट्यूट के PhD करती थी तो उत्थे एक टी डिवीजन होंदा सी, सो वो सीविया प्लांट को लैके वो नैचुरल शुगर कटते थे, और एक इदा का प्लांट है कि जी तुहानू शुगर हैगी है या नहीं भी हैगी, चाह के एक पत्ता असी बोटैनिकल गार्डन के भी लगवाया हुआ है, डिप्टी कमिश्नर मोहम्मद तैयब सर आए थे, सर उन्होंने मैडम ने उस वे लगाया हुआ बोटैनिकल गार्डन के विजिट करना प्लीज़। सो नेचर ने सानू कितनी सारिया नेमतां दे नाल बख्शिया है, हर चीज़ के एक पॉइंट है, हर चीज़ के एक वैलिडिटी है, असी उन्होंने समझ नहीं सकते, ठीक है जी। सो अपने जोड़े पॉल्यूटेंट्स ने उन्होंने एब्जॉर्ब करते हैं, नाइट्रोजन डाइऑक्साइड, सो जिन्हें भी हार्मफुल गैसेज ने सबू प्लांट्स जोड़े एब्जॉर्ब करते हैं। असं वाटर प्योरीफायर की गल करते हैं, तुहानू पता सरों का साग तो सबने खाता होएगा, पर सरों लगानी चाहिए घर के क्योंकि ये हाइपर एक्यूमुलेटर है। असी की करते हैं, बहुत सारे जो कंट्रीज हैं जितने उन्होंने लग रहा है ना मिट्टी जी है वो कंटैमिनेटेड है, वो हैवी मेटल बहुत है, पेस्टिसाइड बहुत है, वो की करते हैं उत्थे ब्रेसिकेसी फैमिली, ब्रेसिका मतलब सरों वाली फैमिली के प्लांट्स लगाते हैं तो कट देते, पता क्यों, क्योंकि वो मिट्टी को प्योरीफाई करने का काम करते हैं, वो जिन्हें भी पॉल्यूटेंट्स ने जिन्हें भी इनऑर्गेनिक फर्टिलाइजर्स ने कट देंगे तो मिट्टी शुद्ध हो जाती है। ऐदा ही असी छपड़ा के तलाबों के वाटर हाइसिंथ लग्या देखा होगा, जलकुंभी उन्होंने कहते हैं, वो भी एक वाटर प्योरीफायर है, जितने लग्या इट मीन्स कि उत्थों का पानी प्योरीफाई, ठीक है जी। सो ये सारी इंपॉर्टेंस है फॉरेस्ट की, प्लांट्स की। सो यह कुछ डाटा है कि टॉप 10 कंट्रीज ने जिन्हें लार्जेस्ट फॉरेस्ट एरिया, नंबर 1 के रशिया आता है, नंबर 2 के है कैनेडा। सो फॉर्चुनेटली इंडिया है, बट सब तो बॉटम 10वें नंबर से जो साडा इंडिया वो फॉल करता, बट पंजाब से करके नहीं करता, लेट बी क्लीयर है, पंजाब से करके नहीं करता, ठीक है जी। सो इंडिया के बेसिकली जो रैड रीजन ने, पंजाब का नक्शा तुसी शायद नज़र आ रहा होगा, ठीक है जी, बिल्कुल रैड रीजन के नाल है नॉर्थ के। सो जो रैड रीजन है उन्होंने लैस दैन 5% जी लैंड है वो फॉरेस्ट नाल कवर्ड है, मतलब साढ़े कोल फॉरेस्ट नहीं है, सिर्फ हिमाचल, उत्तराखंड ते जिहड़ा इह वाला सारा ते जिहड़ा इधर ईस्ट एरिया है, मेघालय, शिलोंग, अपना नागालैंड, मणिपुर, असम, ये सारे फॉरेस्ट रिच एरियाज ने। उस तो बाद साउथ के थोड़ा जहा एरिया जो जितने फॉरेस्ट मिलते हैं, इस तो इलावा जो पूरा इंडिया है ऑलमोस्ट इट इज़ कवर्ड बाय रैड कलर, सो इतने फॉरेस्ट नहीं है। तो अभी देख सकते हैं कि कितनी स्कार्सिटी है साढ़े कोल फॉरेस्ट की, और वो एरिया कहते हैं ना साउथ इंडिया घूमन चलते हैं, ईस्ट इंडिया घूमन चलते हैं, है ना, क्यों उतों की हवा प्यूरीफाइड है। जो भी तुम हिमाचल या उत्तराखंड या वैजनाथ कितने भी एंटर करते हो, पूरी हवा नहीं बस सकती है,
कितना वातावरण शुद्ध है उत्थों का, क्यों है प्लांट्स लगे। ठीक है जी। सो कुछ एक फॉरेस्ट है बेटा जो इंडिया के ट्रैपिकल एवरग्रीन फॉरेस्ट थोड़ा जिहा क्लियर करना चाहांगी। एवरग्रीन की होंगे सदाबहार जो कदे मरता नहीं। सो ये एवरग्रीन फॉरेस्ट के हिमाचल के ईस्ट इंडिया के फॉरेस्ट आते हैं, इन्होंने प्लांट्स हैं जिन्होंने कभी पत्ते नहीं झड़ते, इस करके इन्होंने एवरग्रीन कहते हैं। और दैट ग्रुप ऑफ प्लांट्स इज कॉल्ड पेरिनियल्स फाइन। उस तो बाद ग्रासलैंड फॉरेस्ट है जिसे ग्रास बहुत है, ये मुनार वगैरह आते हैं साउथ इंडिया के। दैन ट्रॉपिकल डेसिडस मतलब मेरे जितने पत्ते झड़ जाते हैं वो वाले फॉरेस्ट आते हैं। थॉर्न फॉरेस्ट, थॉर्न समझते हो जिसमें राजस्थान है या एमपी का कुछ एरिया है। देन मैंग्रोव फॉरेस्ट है, वेट टेम्परेट फॉरेस्ट है, एल्पाइन फॉरेस्ट, मॉइस्ट एल्पाइन। एल्पाइन से एप्पल जोन है, कुल्लू मनाली वाली जो साइड ने ले लद्दाख वो सारिया इस फॉरेस्ट की कैटेगरी। सो हम तक के फॉरेस्ट की गल हो गई। डिफॉरेस्टेशन के बारे थोड़ा जहा पढ़ लेंगे हैं, नैगेटिव साइड देखते हैं। सो पॉपूलेशन वधी है इंडिया की। आई थिंक 2000 के आई थिंक आई वाज 10-12 years old। So then I came to know that India की population 1 अरब हो गई है, 100 करोड़ हो गई। सो 20 साल हो गए इस गल कि इंडिया की पॉपूलेशन कितनी बढ़ गई है, 1 करोड़ 3 लाख सॉरी 1 अरब 3 करोड़ तो भी ऊपर। सो पिछले 20-21 सालों के ऑलमोस्ट असं जो मोर दैन 30% उन्होंने अप्रोच कर लिया। सो जो पॉपूलेशन बढ़ती है बेटा घर च मैंबर बढ़ते हैं तो घर का साइज भी बड़ा करना बनना। ठीक है, रहने की जगह भी चाहिए है। सो रहने की जगह कितनी चाहिए है, क्योंकि सिटी के ऊपर तो सिटी बनेगी नहीं। असं की करते हैं, साडा एको एक इशारा होता है, इतने फॉरेस्ट ने, इतने खेत ने, इन्हों दूर दो तो इतने घर बनाओ। सो डिफॉरेस्टेशन होगी, सड़कों ने लोग बढ़ रहे हैं, गड्डियां बढ़ रही ने, सड़कों को ब्रॉड करना है, की करना है, जो रस्ते उन्होंने कट दो जगह। ठीक है जी। सो इस करके डिफॉरेस्टेशन हुई है, बहुत ज़्यादा बड़ा नुकसान है पूरी दुनिया में डिफॉरेस्टेशन के करके। सो ऑलमोस्ट 13 मिलियन हेक्टेयर जो फॉरेस्ट है पूरी दुनिया का वो हर साल लूज होंगे, खत्म होंगे डिफॉरेस्टेशन के करके। ठीक है जी। जी लकड़ खराब होती है, जिन्हें सारी उम्र सानू कहते हैं कि एक दरख्त लगाओ, सारी उम्र तुम पे करता है, तुम फायदे भी करता है, छां दिता है, लकड़ी दिता है, फ्रूट दिता है, फल दिता है, साफ इन्वायरमेंट दिता है, पर असं 1 मिनट के खत्म कर। ठीक है जी। सो मैं हमेशा ये गल करती होंगी हाँ कि जो मनुख है ना, असी ह्यूमनस, असी दुनिया के सब तो बाद इवॉल्व होने वाली स्पीशीज, सब तो बाद आई सी। साढ़े तो बड़े बड़े साढ़े पूर्वज बैठे हैं, चाहे वो मंकीज ले लीए, एलीफेंट्स ले लीए, डॉग्स ले लीए, या इनफैक्ट होर थले चले जाते हैं, फंगस, एलगी या वायरस बैक्टीरिया। कोरोना अज नहीं आया, बहुत साल पहला दस सानू अज फड़िया हमने, वो गल बदली है। ठीक है जी। एक बार समझे दोबारा फड़ लिया। सो जो बेटा असं किसी का घर ढाते हैं, जिथे कोई रह रहा होगा, असं उसे JCB चला लीए, उसे घर बना लीए, तो अगला बंदा की करेगा, साढ़े घर जी आके रहेगा ना। सो यही हो रहा है। असं दरख्त पिक्चर बहुत अच्छी क्लीयर नहीं हैगी कि एक रियल डाटा है कि एक फॉरेस्ट थी, आई डोंट रिमेंबर नेम ऑफ दैट प्लेस। उत्थे जो हाथियों के जंगल से ना, जितने हाथियों की वेजिटेशन बहुत ज़्यादा सी, उन्होंने खत्म कर दिया, सॉरी खत्म कर दिता गया। उसकी जगह से जोड़ा वो एक होटल बना दिता गया वुड के नाल। सो बेसिकली की होया, जो होटल बन गया, हाथी बड़े देखते रहे, कोई गल नहीं देखते की करते हैं। जो होटल बन गया, हाथियों ने एक दिन दावा बोलिया, सारे होटल तहस कर दिता, हफ्ते उन्होंने। असं कहते हैं कि डॉग्स इदा होंगे ने, डॉग छुट्टियां साढ़े घर जाए, मंकी जाते हैं, बाकी चीज़ा, अरे असं उन्होंने घर को ऑक्यूपाई किया, भावें असं कहिए असं खरीद के रजिस्ट्री ली है, पर यह जमीन किसी की नहीं है, ये परमात्मा ने दी है, जो दे सकता है वो लै नहीं सकता। सो जिन्ना साडा हक है इस धरती पे, सारे एनीमल्स का उन्ना ही है। जो असं सपोज करिए कि असं प्लांट्स भी खत्म कर देते, एनीमल्स भी खत्म कर देते, तो बंदा बंदे को थोड़ा खाएगा, खाने से फिर भी रोटी चाहिए है ना, रोटी लेकिन कितों आनी है, प्लांट्स तो आनी है। जो नॉन वेजिटेरियन ने उन्होंने बाकी का खाना चाहिए। ठीक है जी। तो एक बैलेंस जो बच्चे वो मेनटेन करना बहुत जरूरी है। सो कंक्लूजन ये है इस चीज़ का कि लोड़ है अपने आप को जागृत करने की। ऐसा नहीं है कि असं घर ना बनाइए, डेवलपमेंट ना करिए, बट जो एक पेड़ करते हैं तो एटलीस्ट एक पेड़ लगाइए। तुम स्कूल के पढ़ते हो, कॉलेज के पढ़ते हो,
जिन्हें भी मतलब सीनियर डिफेंस बैठे हैं, तो इट इज बेटर टू एडॉप्ट वन थिंग अपनी लाइफ के लिए एक ही पेड़ जोड़ा है उन्होंने एडॉप्ट कर लो। एडॉप्ट कर लो मतलब उन्होंने पानी दो, उसकी संभाल करो, है ना। और इस तरह जो हो गया कि इंडिया के 1 करोड़ 1 अरब 30 करोड़ पेड़ हो गए कि नहीं हो गए, तो ये बहुत जरूरी है। सो नैक्सट वाटर कंजर्वेशन की गल करते हैं। गुरबाणी के एक तुक आती है, पवन गुरु पानी पिता माता धरत महत। ਅਸੀਂ ਕਿਸੇ ਵੀ ਰਿਲੀजन की गल कर लीए, ਜਿਹੜੇ ਸਾਡੇ 5 तत्व ने ना उन्होंने गुरुओं का दर्जा दिता गया है। जी कौन है वो साडी गुरु है, टीचर है, ठीक है। जो पानी वो साडा पिता, धरती जी साडी माता है। पता क्यों दिता गया? क्योंकि गुरु महाराज ये चाहते थे या भगवान जी ये चाहते थे कि इस तरीके नाल ही सही पर असीं उन्हां दी इज्जत करिए। पानी को असीं ਜਿਹੜਾ ਗੁਰੂ ਮੰਨਦੇ ਆ, ख्वाजा भी ਮੰਨਦੇ ਆ, ख्वाजा ਕਹਿੰਦੇ ਆ, ਪੂਜਾ ਹੁੰਦੀ ਹੈ। ਅਸੀਂ ਕੀ ਹੱਲ ਕੀਤਾ ਪਾਣੀ ਦਾ, ਉਹ ਦੇਖਦੇ ਹਾਂ ਕਿ ਇਹ ਨੌਬਤ ਆ ਗਈ ਹੈ ਕਿ 2/3 ਜਿਹੜੀ ਦੁਨੀਆ ਦੀ ਪੋਪੂਲੇਸ਼ਨ ਹੈ ਉਹ ਸੀਵੀਅਰ ਵਾਟਰ ਸ਼ਾਰਟੇਜ ਨੂੰ ਫੇਸ ਕਰਦੀ ਹੈ। ਅਸੀਂ ਕਹਿੰਦੇ ਆ ਨਾ ਪਾਣੀ ਦੀ ਕ੍ਰਾਂਤੀ ਆਏਗੀ, ਆ ਗਈ ਹੈ। ਫੋਰਚੂਨੇਟਲੀ ਪੰਜਾਬ ਤੱਕ ਨਹੀਂ ਪਹੁੰਚੀ। हैव यू बीन टू महाराष्ट्र, राजस्थान, MP ਦੇ ਕੁਝ ਏਰੀਆਜ਼ ਤੁਸੀਂ ਗਏ ਹੋ? ਕਦੇ ਜਾ ਕੇ ਦੇਖੋ। 200 फुट जी खूह है ਉਹਦੇ ਵਿੱਚ ਲੋਕੀ ਉਤਰਦੇ ਨੇ, ਪਾਣੀ ਭਰਦੇ ਨੇ ਔਰ ਫਿਰ ਉੱਪਰ ਜਾਂਦੇ ਨੇ ਔਰ ਉਸ ਪਾਣੀ ਦੇ ਨਾਲ ਉਹਨਾਂ ਨੂੰ ਜਿਹੜਾ ਆਪਣਾ ਟਾਈਮ ਹੈ ਉਹ ਮਹਾਰਾਜ ਦੀ ਜ਼ਿੰਦਗੀ ਦੇ ਕੰਮ ਨੇ ਉਹ ਕਰਨੇ ਪੈਂਦੇ ਆ। ਐਂਡ ਇਟ ਡਜ਼ਨਟ ਮੀਨ ਕਿ ਉਹ ਪਾਣੀ ਪਿਓਰ ਹੈ। ਅਸੀਂ ਕੀ ਕਰਦੇ ਹਾਂ, ਘਰ 'ਚ ਇੱਕ ਆਰੋ ਲਗਾ ਲੈਂਦੇ ਹਾਂ, ਬੇਸ਼ੁਮਾਰ ਪਾਣੀ ਗੜਦਾ ਰਹਿੰਦਾ ਹੈ। ਅਸੀਂ ਉਹਨੂੰ ਸਿੰਕ ਦੇ ਵਿੱਚ ਪਾਈਪ ਪਾ ਲੈਂਦੇ ਹਾਂ ਕਿ ਜਾਓ ਜੀ ਬਾਹਰ ਨਿਕਲੇ। ਜਿਹੜਾ ਆਰੋ ਦਾ ਪਾਣੀ ਹੈ ਬੇਟਾ, ਮੈਂ ਹਮੇਸ਼ਾ ਕਹਿੰਦੀ ਹਾਂ ਦੈਟ ਇਜ਼ ਡੀਆਰਆਈਜ਼ਡ ਵਾਟਰ। ਅਸੀਂ ਕਹਿੰਦੇ ਨਾ ਫਿਲਟਰਡ ਪਾਣੀ ਪੀਂਦੇ ਹਾਂ। ਪਾਣੀ ਫਿਲਟਰਡ ਪਤਾ ਕਿਹੜਾ ਹੁੰਦਾ? ਲੈਬੋਰਟਰੀ ਦੇ ਵਿੱਚ ਕਦੇ ਤੁਸੀਂ ਦੇਖਿਆ ਹੋਏਗਾ, ਵਾਟਰ ਫਿਲਟਰੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਬਹੁਤ ਕੰਪਲੈਕਸ ਹੈ। ਪਾਣੀ ਬੋਇਲ ਹੁੰਦਾ, ਬੋਇਲ ਹੋ ਕੇ ਠੰਡਾ ਹੋ ਕੇ ਵਾਪਸ ਆਉਂਦਾ, ਦੈਟ ਇਜ਼ ਕਾਲਡ ਵਾਟਰ ਫਿਲਟਰੇਸ਼ਨ, ਵਾਟਰ ਪਿਓਰੀਫਿਕੇਸ਼ਨ। ਬਹੁਤ ਸਾਰੀਆਂ ਮੈਡੀਸਿਨਸ ਨੇ ਉਹਨਾਂ ਦੇ ਵਿੱਚ ਪਾਣੀ ਯੂਜ਼ ਹੁੰਦਾ। ਅਸੀਂ ਲੈਬੋਰਟਰੀ ਦੇ ਵਿੱਚ ਪ੍ਰਿਪੇਅਰ ਕਰਦੇ ਹਾਂ, ਯੂ ਕੈਨ ਵਿਜ਼ਿਟ ਐਨੀ ਟਾਈਮ। ਪਰ ਜਿਹੜਾ ਪਾਣੀ ਅਸੀਂ ਆਰਓ ਦੇ ਵਿੱਚ ਪੀਂਦੇ ਹਾਂ, ਆਰਓ ਇੱਕ ਪ੍ਰੋਸੈਸ ਹੈ। ਸਰ ਜੀ ਇਜਾਜ਼ਤ ਹੋਈ ਥੋੜਾ ਜਿਹਾ रिवर्स ऑस्मोसिस। ऑस्मोसिस एक प्रोसेस है जिहदे विच जिहड़े प्लांट ने ना उस धरती तो पानी लगते हैं। ऑस्मोसिस विच की हुंदा है कि प्लांट कोल पानी घट है, मिट्टी कोल पानी ज़्यादा है, उन्हें ऑस्मोसिस इत्थों पानी ले लिया। रिवर्स ऑस्मोसिस दे विच की होएगा, पानी जिहड़ा है ਉਹਦੇ ਵਿੱਚ ਅਸ਼ੁੱਧੀਆਂ ਜਿਹਨੂੰ ਵੀ ਅਸੀਂ ਕਹਿੰਦੇ ਆ, ਆਰਓ ਜਿਹੜਾ ਉਹ ਕੀ ਕਰੇਗਾ, ਉਹ ਥੋੜੀ ਦੇਖੇਗਾ ਕਿ ਪਾਣੀ ਦੇ ਵਿੱਚ ਕਿਹੜੀ ਚੀਜ਼ ਪਿਓਰ ਹੈ ਕਿਹੜੀ ਇਨਪਿਓਰ ਹੈ। ਉਹ ਸਿੱਧਾ ਫਿਲਟਰ ਲੱਗਿਆ ਉਹਦੇ ਵਿੱਚ, ਨੈਨੋ ਫਿਲਟਰ, ਉਹਦੇ ਨੂੰ ਕੱਢ ਕੇ ਬਾਹਰ ਮਾਰ। और जो पानी सानू देना दैट इज डीआयोनाइज्ड वाटर, ਉਹਦੇ ਵਿੱਚ ਕੋਈ ਆਇਨ ਨਹੀਂ ਹੈਗਾ। ਸਾਨੂੰ ਨਹੀਂ ਪਤਾ ਉਹਦੇ ਜੋ ਪੋਜ਼ਿਟਿਵ ਚੀਜ਼ ਨਿਕਲਦੀ ਹੈ ਕਿ ਨੈਗੇਟਿਵ ਚੀਜ਼। ਅੱਜ ਕੱਲ੍ਹ ਡਾਕਟਰ ਐਂਟੀਬਾਇਓਟਿਕ ਦਿੰਦੇ ਨੇ, ਐਂਟੀਬਾਇਓਟਿਕ ਤੁਸੀਂ ਦੇਖੀ ਹੋਏਗੀ। ਐਂਟੀਬਾਇਓਟਿਕ ਜਿਹੜੀ ਮੈਡੀਸਿਨ ਹੈ ਨਾ ਕੋਵਿਡ ਵਾਲੇ ਪੇਸ਼ੈਂਟਸ ਨੂੰ ਵੀ ਮਿਲਦੀ ਹੈ। ਅੱਜ ਕੱਲ੍ਹ ਸਟਮਕ ਇਨਫੈਕਸ਼ਨ ਜਾਂ ਜੋ ਵੀ ਇਨਫੈਕਸ਼ਨ ਹੈ ਉਹਦੇ ਲਈ ਡਾਕਟਰ ਐਂਟੀਬਾਇਓਟਿਕ ਦਿੰਦੇ ਨੇ। ਐਂਟੀਬਾਇਓਟਿਕ ਜਿਹੜੀ ਹੈ ਨਾ ਉਹ ਸਾਡੇ ਅੰਦਰ ਜਿਹੜਾ ਵੀ ਕੋਈ ਵਾਇਰਸ ਜਾਂ ਬੈਕਟੀਰੀਆ ਇਨਫੈਕਸ਼ਨ ਕਰਦਾ ਹੈ ਉਹਨੂੰ ਮਾਰ ਦਿੰਦੀ ਹੈ। बट एंटीबायोटिक मेडिसिन की एक प्रॉब्लम है, उन्होंने बॉडी के सैल के वायरस के सैल से फर्क नहीं पता। वो की करती है, उन्हें सैल मारते हैं। एंटी मतलब उल्टा, जो एंटीवायरस है बायोटिक में लिविंग सेल्स, उन्हें वायरस बैक्टीरिया के नाल साडी बॉडी में अपने सैल भी मार देते, ठीक है। सो ये डॉक्टर्स ने एक ऑल्टरनेटिव कढ़िया कि जो एंटीबायोटिक देनी है उन्होंने मल्टीविटामिन दे लो ताकि उन्होंने वीकनेस ना हो। सो ऐसे जो साडा आरओ फिल्टर है उन्होंने भी पता कि पानी पॉजिटिव चीज़ केड़ी है कि नैगेटिव केड़ी है। वो नैनो फिल्टर लगे ने, नैनो बहुत स्मॉल मैश साइज वाले फिल्टर्स ने, उन्हें उन्होंने तो कढ़ी जाना। चाहे हम अज कैलन कंपनी वाले कॉपर फिल्टर आ गया, ये फिल्टर आ गया। साडे बजुर्गों ने तो सानू कॉपर जी वो बख्शिश सानू की कहते हैं दसी हुई है, इनहेरिट की हुई है कि सानू की दसणगे कि कॉपर फिल्टर की होंगे। कॉपर के भांडे असीं खाना खादा, कॉपर के भांडे असीं जिहड़ा हैगा पानी पीता है ना। सो इस करके जिहड़ा आरओ वाटर है वो थ्रू भी बहुत ज़्यादा वेस्टेज होंदी। मैं ये नहीं कहती कि आरओ वाटर ना पीओ, बट जिहड़ा आरओ का वाटर है बेटा उन्होंने यूज़ करो, उन्होंने अपने फलां सब्जियां जिहड़ियां हैगियां ने, अपने लॉन्स ने, गार्डनस ने, उन्होंने जिहड़ा हैगा वो डिस्पोज करो, पानी लगाओ उन्होंने, या फिर घर के क्लीनिंग परपसिस लिए यूज़ करो। सफाई करन वाले या पोचे लगाने वाले उन्हें यूज़ करो। पानी की एक भी ड्रॉप जी वेस्ट ना करें। सो 70% जो एडल्ट की बॉडी का
ਜਿਹੜਾ ਹੈਗਾ ਉਹ ਪਾਣੀ ਹੁੰਦਾ ਹੈ, ਸਾਡੇ ਦੱਸਿਆ ਸੀ। ਸੋ ਸਾਡੇ ਜਿਹੜੇ ਲੰਗਸ ਨੇ ਫੇਫੜੇ 90% ਪਾਣੀ ਹੈ ਉਹਨਾਂ ਦੇ ਵਿੱਚ, ਠੀਕ ਹੈ ਜੀ। ਜਿਸ ਦਿਨ 99% ਵੀ ਹੋ ਗਿਆ ਬਿਮਾਰੀ ਆ ਗਈ। 82% ਜਿਹੜਾ ਸਾਡਾ ਬਲੱਡ ਹੈ ਲਿਕੁਇਡ ਹੈ, ਸਾਨੂੰ ਪਤਾ 82% ਉਹਦੇ ਵਿੱਚ ਵੀ ਪਾਣੀ ਹੈ। ਸਕਿਨ ਜਿਹੜੀ ਹੈ ਉਹਦੇ ਵਿੱਚ 80% ਪਾਣੀ ਹੈ। ਅਸੀਂ ਕਹਿੰਦੇ ਨਾ ਜਦੋਂ ਬੁਢਾਪਾ ਆਉਂਦਾ ਤੇ ਸਕਿਨ ਜਿਹੜੀ ਹੈ ਉਹ ਲੂਜ਼ ਹੋ ਜਾਂਦੀ ਹੈ, ਉਹਦੇ ਵਿੱਚੋਂ ਪਾਣੀ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ। ਦੈਟ ਇਜ਼ ਵਾਈ ਸਾਨੂੰ ਰਿੰਕਲਸ ਪੈਂਦੇ ਨੇ। ਮਸਲ ਦੇ ਵਿੱਚ 75% ਪਾਣੀ ਹੈ, ਬ੍ਰੇਨ ਵਿੱਚ 70% ਪਾਣੀ ਹੈ ਤੇ ਬੋਨਸ ਜਿਹੜੀਆਂ ਨੇ 22%। ਸੋ ਪਾਣੀ ਤੋਂ ਬਿਨਾਂ ਤੇ ਸਾਡੀ ਜਿਹੜੀ ਬੋਡੀ ਹੈ ਉਹ ਕੁਛ ਨਹੀਂ ਹੈ। ਉਸ ਤੋਂ ਬਾਅਦ ਜੇ ਵਰਲਡ ਦੇ ਵਾਟਰ ਦੀ ਗੱਲ ਕਰੀਏ ਤਾਂ 97% ਜਿਹੜਾ ਪਾਣੀ ਹੈ ਉਹ ਓਸ਼ਨ ਦੇ ਵਿੱਚ ਹੈ। ਇਟ ਇਜ਼ ਨਾਟ ਅਸੈਸਿਬਲ ਟੂ ਅਸ। 97% ਸੋਲਟੀ ਵਾਟਰ ਹੈ, ਮੈਰੀਨ ਵਾਟਰ ਹੈ। ਜੇ ਅਸੀਂ ਉਹਦੇ ਵਿੱਚ 5 ਘੰਟੇ ਵੀ ਰਵਾਂਗੇ ਤਾਂ ਸਾਡੀ ਬੋਡੀ ਜਿਹੜੀ ਸਕਿਨ ਹੈ ਉਤਰਨੀ ਸ਼ੁਰੂ ਹੋ ਜਾਏਗੀ, ਕਿਉਂਕਿ ਉਹਦੀ ਪੀਐਚ ਬਹੁਤ ਜ਼ਿਆਦਾ ਲੋ ਹੈ, ਹਾਈਲੀ ਐਸਿਡਿਕ ਪਾਣੀ। ਇਹਦੇ ਵਿੱਚ ਜਿਹੜਾ 3% ਪਾਣੀ ਹੈਗਾ ਫਰੈਸ਼ ਵਾਟਰ, ਉਹਦੇ ਵਿੱਚੋਂ ਵੀ 79% ਜਿਹੜਾ ਪਾਣੀ ਹੈ ਉਹਨੂੰ ਗਲੇਸ਼ੀਅਰ ਤੇ ਆਈਸ ਕੈਪਸ, ਅਸੀਂ ਉਹਨੇ ਉੱਤਰਾਖੰਡ ਤੋਂ ਗਲੇਸ਼ੀਅਰ ਦੇ ਵਿੱਚ ਸਾਡੀ ਗੱਲ ਕੀਤੀ ਸੀ, ਠੀਕ ਹੈ, ਉਸ ਫਾਰਮ ਦੇ ਵਿੱਚ ਪ੍ਰੈਜ਼ੈਂਟ ਹੈ। 20% ਜਿਹੜਾ ਬਰਾਊਨ ਵਾਟਰ ਹੈ, ਅਸੀਂ ਉਹਨੂੰ ਅਸੈਸ ਨਹੀਂ ਕਰ ਸਕਦੇ। ਸਾਨੂੰ ਟੁੱਲੂ ਪੰਪ, ਨਲਕਾ ਜਾਂ ਟੈਪ ਲਗਾਉਣੀ ਪਏ, ਸਮਰਸੀਬਲ ਲਗਾਉਣਾ ਪਏਗਾ ਉਹਨੂੰ ਲੈਣ ਲਈ, ਹੈ ਨਾ। ਉਸ ਤੋਂ ਬਾਅਦ ਜਿਹੜਾ 1% ਬਚਿਆ ਅਸੈਸੇਬਲ ਸਰਫੇਸ ਵਾਟਰ ਕਿਹੜਾ, ਜਿਹੜਾ ਸਾਡੀ ਸਰਫੇਸ ਦੇ ਵਿੱਚ ਫ੍ਰੀਲੀ ਅਵੇਲੇਬਲ ਹੈ, ਸਾਨੂੰ ਦੇਖਣ ਨੂੰ ਨਹੀਂ ਮਿਲਦਾ, ਸਾਡੇ ਪੂਰਵਜਾਂ ਨੇ ਦੇਖਿਆ। ਮੇਰੇ ਦਾਦੀ ਜੀ ਕਹਿੰਦੇ ਹੁੰਦੇ ਸੀ ਕਿ ਜਿਹੜੀ ਜਲੰਧਰ ਵਾਲੀ ਵੇਈ ਹੈ ਉੱਥੇ ਲੋਕੀ ਜਾ ਕੇ ਪਾਣੀ ਦਿੰਦੇ ਸੀ, ਨਹਾਉਂਦੇ ਸੀ, ਕੱਪੜੇ ਧੋਂਦੇ ਸੀ। ਮੇਰੇ ਫਾਦਰ ਕਹਿੰਦੇ ਹੁੰਦੇ ਨੇ ਹੁੰਦਾ, ਮੈਂ ਆਪਣੀ ਸੋਚ ਦੇ ਵਿੱਚ ਪਾਣੀ ਨਹੀਂ ਦੇਖਦਾ। ਸੋ ਇਟ ਮੀਨਸ ਕਿ ਵਿਦ ਦ ਐਵੋਲੂਸ਼ਨ ਆਫ ਟਾਈਮ ਸੋ ਵੀ ਹੈਵ ਸੀਨ ਦ ਕ੍ਰਾਈਸਿਸ। ਅਸੀਂ ਮਾੜਾ ਟਾਈਮ ਜਿਹੜਾ ਹੈ ਸਾਡੇ ਵੇਲੇ ਤੋਂ ਸ਼ੁਰੂ ਹੋ ਚੁੱਕਿਆ ਸੀ। ਸੋ ਜਿਹੜਾ ਸਰਫੇਸ ਵਾਟਰ ਵੀ ਹੈ ਉਹਦੇ ਵਿੱਚੋਂ ਵੀ ਜਿਹੜਾ 52% ਹੈ ਲੇਕਸ ਨੇ ਕਵਰ ਕੀਤਾ ਹੋਇਆ, 38% ਮਿੱਟੀ ਨੇ ਐਬਜ਼ੌਰਬ ਕੀਤਾ ਸੋਇਲ ਮੋਇਸਚਰ ਦੀ ਫਾਰਮ ਦੇ ਵਿੱਚ, 8% ਰਿਵਰਸ ਨੇ, 8% ਜਿਹੜਾ ਪਾਣੀ ਦੇ ਵੇਪਰਸ ਦੇ ਫਾਰਮ ਦੇ ਵਿੱਚ ਬਾਹਰ ਨਿਕਲਦਾ ਟ੍ਰਾਂਸਪੀਰੇਸ਼ਨ ਤੋਂ, ਔਰ ਇਹਦੇ ਵਿੱਚੋਂ ਜਿਹੜਾ ਸਾਡਾ 1% ਹੈ ਪਾਣੀ ਉਹ ਸਾਡੀ ਬੋਡੀ ਦੇ ਅੰਦਰ। ਸੋ 1% ਨਹੀਂ, the water which is accessible to human body as such it is 0.1%। 1% ਦਾ ਇੱਕ ਦਾ ਹਜ਼ਾਰਵਾਂ ਹਿੱਸਾ ਉਹ ਸਾਨੂੰ ਮਿਲ ਰਿਹਾ ਹੈ ਜਿਹਨੂੰ ਅਸੀਂ ਵੇਸਟ ਕਰ ਰਹੇ ਹਾਂ, ਠੀਕ ਹੈ ਜੀ। ਸੋ ਵਾਟਰ ਸਾਈਕਲ ਤੁਸੀਂ ਪੜ੍ਹਿਆ ਹੋਏਗਾ ਛੋਟੀਆਂ ਕਲਾਸਾਂ ਦੇ ਵਿੱਚ ਵੀ, ਹੁਣ ਵੀ ਕੁਝ ਬੱਚੇ ਮੇਰੇ ਪੜ੍ਹ ਰਹੇ ਹੋਣਗੇ। ਸੋ ਦੇਖੋ ਟ੍ਰਾਂਸਪੀਰੇਸ਼ਨ ਦੇ ਨਾਲ ਸਿੱਧੇ ਕਲਾਉਡਸ ਬਣਦੇ ਨੇ ਸੈਂਟਰ ਦੇ ਵਿੱਚ, ਜਿਹਦੇ ਕਰਕੇ ਬਾਰਿਸ਼ ਹੁੰਦੀ ਹੈ। ਉਸ ਤੋਂ ਬਾਅਦ ਦੇਖੋ ਜਿਹੜਾ ਬਾਕੀ ਅਦਰਵਾਈਜ਼ ਜੋ ਇਵੈਪੋਰੇਸ਼ਨ ਦਾ ਪ੍ਰੋਸੈਸ ਹੈ, ਗਲੇਸ਼ੀਅਰਸ ਤੋਂ ਪਾਣੀ ਆ ਰਿਹਾ ਹੈ ਨਾ, ਸਰਫੇਸ ਰਾਨਾ ਉੱਤੇ ਜਾ ਰਿਹਾ ਹੈ, ਫਿਰ ਇਵੈਪੋਰੇਸ਼ਨ ਹੋ ਰਹੀ ਹੈ। ਸੋ ਅਲਟੀਮੇਟਲੀ ਪਾਣੀ ਦਾ ਜਿਹੜਾ ਹੈਗਾ ਸਾਈਕਲ ਹੈ ਉਹ ਲਾਈਫ ਦੇ ਹਰ ਪ੍ਰੋਸੈਸ ਦੇ ਵਿੱਚ ਇੰਪੋਰਟੈਂਟ ਹੈ। ਇਸ ਤੋਂ ਬਿਨਾਂ ਜ਼ਿੰਦਗੀ ਅਧੂਰੀ ਨਹੀਂ, ਇਨਕੰਪਲੀਟ ਹੈ, ਖਤਮ ਹੈ, ਠੀਕ ਹੈ। ਔਰ ਸਿਰਫ ਟ੍ਰਾਂਸਪੀਰੇਸ਼ਨ ਇੱਕ ਐਸੀ ਪ੍ਰੋਸੈਸ ਹੈ ਜਿਹਨੂੰ ਬਾਕੀ ਵੀ ਸਾਰੇ ਸਰਕਲ ਦੀ ਲੋੜ ਨਹੀਂ ਪੈਂਦੀ, ਔਰ ਸਿੱਧਾ ਪਾਣੀ ਜਿਹੜਾ ਕਲਾਉਡ ਬਣਾਉਂਦਾ ਹੈ ਔਰ ਬਾਰਿਸ਼ ਆਉਂਦੀ ਹੈ। ਸੋ ਵਾਟਰ ਕੰਜ਼ਰਵੇਸ਼ਨ ਕੀ ਹੈ, ਕੰਜ਼ਰਵ ਕਰਨਾ ਮਤਲਬ ਸੰਭਾਲਣਾ, ਠੀਕ ਹੈ। ਸੋ ਇੱਕ ਪ੍ਰੈਕਟਿਸ ਹੈ ਜਿਹਦੇ ਵਿੱਚ ਅਸੀਂ ਇਹ ਅਟੈਂਪਟ ਕਰ ਸਕਦੇ ਹਾਂ ਕਿ ਅਸੀਂ ਜਿਹੜੀ ਪਾਣੀ ਦੀ ਵੇਸਟੇਜ ਹੈ ਜਾਂ ਪਾਣੀ ਦੀ ਯੂਸੇਜ ਹੈ ਉਹਨੂੰ ਘੱਟ ਕਰੀਏ, ਵੇਸਟੇਜ ਨੂੰ ਬੰਦ ਕਰੀਏ ਤੇ ਯੂਸੇਜ ਨੂੰ ਘੱਟ ਕਰੀਏ। ਇੰਪੋਰਟੈਂਟ ਕਿਉਂ ਹੈ ਜੀ, ਕਿਉਂਕਿ ਜਿਵੇਂ ਕਿ ਸਿਰਫ ਹਿਊਮਨ ਦੇ ਲਈ ਨਹੀਂ, ਅਸੀਂ ਹਿਊਮਨ ਬੋਡੀ ਦਾ ਪਾਰਟ ਪੜ੍ਹਿਆ ਪਾਣੀ, ਹਰ ਲਿਵਿੰਗ ਆਰਗੈਨਿਜ਼ਮ ਦੇ ਵਿੱਚ, ਪਲਾਂਟਸ ਦੇ ਵਿੱਚ ਜਿਹੜਾ ਹੈ ਉਹ 90% ਪਾਣੀ ਹੈ, ਸਾਡੇ 70% ਉਹਦੇ 90% ਪਾਣੀ ਹੈ। ਸੋ ਜਿਹੜਾ ਪਾਣੀ ਜਿੰਨਾ ਸਾਨੂੰ ਚਾਹੀਦਾ ਬਾਕੀਆਂ ਦਾ ਸਾਨੂੰ ਸਾਡੇ ਤੋਂ ਜ਼ਿਆਦਾ, ਕਿਉਂਕਿ ਉਹ ਸਾਡੇ ਸੀਨੀਅਰ ਨੇ, ਸਾਡੇ ਤੋਂ ਪਹਿਲਾਂ ਆਏ ਨੇ, ਠੀਕ ਹੈ ਜੀ। ਸੋ ਕਿਵੇਂ ਕੀਤਾ ਜਾਏ, ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਘਰ ਟੈਪਸ ਨਹੀਂ ਸੀ ਹੁੰਦੀਆਂ, ਜਦੋਂ ਅਸੀਂ ਬਰਤਨ ਧੋਂਦੇ ਸੀ, ਡਿਊਟੀ ਲੱਗਦੀ ਸੀ, ਪੜ੍ਹਦੇ ਵੀ ਸੀ, ਕੰਮ ਵੀ ਕਰਦੇ ਸੀ, 2 ਬਕੇਟ ਚੱਕਦੇ ਸੀ। ਇੱਕ ਦੇ ਵਿੱਚ ਮਦਰ ਜਿਹੜੇ ਭਾਂਡਿਆਂ ਨੂੰ ਸਾਬਣ ਲਗਾ ਕੇ ਰੱਖਦੇ ਸੀ, ਅਸੀਂ ਉਹਦੇ ਵਿੱਚ ਉਹਨੂੰ ਥੋੜਾ ਰਿੰਸ ਕਰਕੇ ਸਾਫ਼ ਪਾਣੀ ਵਿੱਚ ਕਰਦੇ ਸੀ ਤੇ ਬਾਅਦ ਵਿੱਚ ਜਿਹੜੀ ਬਾਸਕਟ ਹੈ ਉਹਦੇ ਵਿੱਚ ਰੱਖ ਦਿੰਦੇ ਸੀ। ਉਹਦੇ ਨਾਲ ਕੀ ਹੁੰਦਾ ਸੀ, 2 ਬਕੇਟ ਦੇ ਨਾਲ ਸਾਰੀ ਫੈਮਿਲੀ ਦੇ ਭਾਂਡੇ ਸਾਫ਼ ਸੁਥਰੇ ਧੋ ਹੋ ਜਾਂਦੇ ਸੀ। ਅੱਜ ਕੀ ਹੁੰਦਾ, ਟੁੱਟੀ ਚੱਲਦੀ ਹੈ, ਪਾਣੀ ਲੱਗ ਰਿਹਾ, ਵਿੱਚ ਫੋਨ ਚੱਲ ਰਿਹਾ, ਨਾਲ ਦੀ ਨਾਲ ਕੰਨਾਂ 'ਚ ਤਾਰਾਂ ਲੱਗੀਆਂ, ਠੀਕ ਹੈ ਜੀ, ਔਰ ਚੱਲ ਰਿਹਾ ਕੰਮ, ਚੱਲੀ ਜਾਣਗੇ, ਠੀਕ ਹੈ। ਸੋ ਇਹ ਪ੍ਰੋਸੈਸ ਬਿਲਕੁਲ ਗਲਤ ਹੈ। ਅੱਜ ਵੀ ਅਸੀਂ ਇਹਨੂੰ ਇੰਪਲੀਮੈਂਟ ਕਰ ਸਕਦੇ ਹਾਂ। ਕਿਸ ਤਰ੍ਹਾਂ, 2 ਸਿੰਕ ਹੁੰਦੇ ਨੇ ਮੋਸਟਲੀ ਘਰਾਂ ਦੇ ਵਿੱਚ ਜਿਹੜੇ ਭਾਂਡੇ ਧੋਣ ਵਾਲੇ, ਦੋਨਾਂ ਨੂੰ ਪਹਿਲੇ ਪਾਣੀ ਨਾਲ ਭਰ ਲਓ, ਇੱਕ ਦੇ ਵਿੱਚ ਗੰਦੇ ਬਰਤਨ ਤੇ ਚੱਲ ਲਓ ਤੇ ਦੂਸਰੇ 'ਚ ਚੱਲ ਲਓ। ਪਾਣੀ ਕਿੰਨਾ, ਸਾਨੂੰ ਸ਼ਾਵਰ ਨਾਲ ਨਹਾਉਣ ਦੀ ਆਦਤ ਹੈ। ਜਿਸ ਦਿਨ ਘਰ 'ਚ ਗੀਜ਼ਰ ਨਹੀਂ ਚੱਲਦਾ ਜਾਂ ਬੱਤੀ ਨਹੀਂ ਹੁੰਦੀ, ਅਸੀਂ ਫਟਾਫਟ 2 ਮਿੰਟਾਂ ਨਹਾ ਕੇ ਬਾਹਰ ਆ ਜਾਂਦੇ ਬਕੇਟ ਨਾਲ, ਹੈ ਨਾ। ਪਰ ਜਿਸ ਦਿਨ ਸ਼ਾਵਰ ਹੁੰਦਾ ਉਦੋਂ ਅੱਧਾ ਘੰਟਾ ਵੀ ਲੱਗ ਜਾਂਦਾ, ਪਤਾ ਨਹੀਂ, ਹਿਸਾਬ ਹੀ ਕੋਈ ਨਹੀਂ ਕਿ ਕਿੰਨਾ ਪਾਣੀ ਵੇਸਟ ਹੋ ਰਿਹਾ। ਸੋ ਬੇਟਾ ਇਹ ਪ੍ਰੈਕਟਿਸ ਨੂੰ ਠੀਕ ਕਰਨ ਦੀ ਲੋੜ ਹੈ। ਇੱਦਾਂ ਨਹੀਂ ਕਿ ਸ਼ਾਵਰ ਨਾਲ ਨਹਾਓ, ਬਟ ਪ੍ਰੀਸਾਈਜ਼ਲੀ ਨਹਾਓ, ਠੀਕ ਹੈ। ਪਾਣੀ ਦੀ ਕੰਜ਼ਰਵੇਸ਼ਨ ਕਰੋ, ਪਾਣੀ ਨੂੰ ਸੰਭਾਲੋ। ਸੋ ਉਸ ਤੋਂ ਬਾਅਦ ਕੁਝ ਇੱਕ
ਐਜ਼ ਏ ਕੂਲਿੰਗ ਕੰਮ ਕਰਦਾ। ਸੋ ਅੱਜ ਕੱਲ੍ਹ ਜਿਹੜੀ ਟੈਕਨੋਲੋਜੀ ਆਈ ਹੈ ਇਹਦੇ ਵਿੱਚ ਏਅਰ ਕੂਲਿੰਗ ਹੁੰਦੀ ਹੈ, ਵਾਟਰ ਕੂਲਿੰਗ ਨਹੀਂ ਹੁੰਦੀ। ਅਸੀਂ ਕਹਿੰਦੇ ਹਾਂ ਨਾ ਇਹਦੇ ਵਿੱਚੋਂ ਹਵਾ ਜਿਹੜੀ ਹੈ, ਪਾਣੀ ਜਿਹੜਾ ਆਟੋਮੈਟਿਕਲੀ ਉੱਡ ਜਾਂਦਾ। ਪੁਰਾਣੀਆਂ ਫਰਿੱਜਾਂ ਦੇ ਵਿੱਚ ਬੰਦ ਹੁੰਦੀ ਸੀ, ਥੱਲੇ ਪਾਣੀ ਇਕੱਠਾ ਹੋ ਜਾਂਦਾ ਸੀ। ਹੁਣ ਅੱਜ ਕੱਲ੍ਹ ਇੱਦਾਂ ਨਹੀਂ ਹੁੰਦਾ। ਸੋ ਸਾਨੂੰ ਜਿਹੜੀ ਏਅਰ ਕੂਲੈਂਟ ਵਾਲੀ ਟੈਕਨੋਲੋਜੀ ਉਹ ਅਡਾਪਟ ਕਰਨੀ ਚਾਹੀਦੀ ਹੈ। ਜਿਹੜਾ ਆਪਣੇ ਜਿਹੜੇ ਪਲਾਂਟਸ ਨੂੰ ਪਾਣੀ ਦੇਣਾ, ਜਿਵੇਂ ਆਰਓ ਦਾ ਵੇਸਟਡ ਵਾਟਰ ਹੈ ਜਾਂ ਜਿਹੜਾ ਸਾਡਾ ਨਾਰਮਲ ਵਾਟਰ ਹੈ, ਉਹ ਅਸੀਂ ਯੂਜ਼ ਕਰੀਏ। ਠੀਕ ਹੈ ਜੀ, ਹਰ ਵਾਰ ਸਾਨੂੰ ਫਰੈਸ਼ ਪਾਣੀ ਦੀ ਲੋੜ ਨਹੀਂ ਹੈਗੀ। ਗੱਡੀ ਰੋਜ਼ਾਨਾ ਨਾ ਧੋਈਏ ਕੋਈ ਫਰਕ ਨਹੀਂ ਪਏਗਾ। ਜਾ ਕੇ ਉਹਨੇ ਮਿੱਟੀ 'ਚ ਜਾਣਾ, ਜਿੱਥੇ ਜਿੱਥੇ ਏਅਰ ਪੋਲਿਊਸ਼ਨ ਹੈ, ਜਿੱਥੇ ਸਾਰੀਆਂ ਗੈਸਿਸ ਨੇ, ਅਲਟੀਮੇਟਲੀ ਉਹਨੇ ਗੰਦੀ ਹੋ ਹੋਣਾ। ਜਿਸ ਦਿਨ ਗੱਡੀ ਮੈਂ ਵੀ ਧੋਂਦੀ ਹਾਂ, ਜਿਸ ਦਿਨ ਗੱਡੀ ਧੋ ਕੇ ਬਾਹਰ ਨਿਕਲਦੇ ਨਾ, ਨਾਲੇ ਨਾਲ ਮਿੱਟੀ 'ਚ ਕੋਈ ਟਰੱਕ ਮਿੱਟੀ ਨਾਲ ਲਿਬੜਿਆ ਹੋਇਆ ਨਿਕਲ ਜਾਏ, ਬੰਦੇ ਨੂੰ ਬੜਾ ਬੁਰਾ ਲੱਗਦਾ। ਪਰ ਮਿੱਟੀ ਕਿਵੇਂ ਫੈਲਾਈ ਹੈ? ਅਸੀਂ ਫੈਲਾਈ। ਸੋ ਇੱਦਾਂ ਨਹੀਂ ਕਿ ਕਾਰ ਵਾਸ਼ ਨਾ ਕਰੀਏ, ਬਟ ਇੰਟਰਵਲਸ ਤੇ ਵਾਸ਼ ਕਰੀਏ ਡੇਲੀ, ਜਾਂ ਫਿਰ ਮਿਨੀਮਮ ਪਾਣੀ ਯੂਜ਼ ਕਰਕੇ ਕਰੀਏ। ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਨੇ ਪਲਾਂਟਸ ਨੇ, ਉਹਨਾਂ ਨੂੰ ਪਾਣੀ ਜਿਹੜਾ ਉਹ ਜਾਂ ਤਾਂ ਅਰਲੀ ਮਾਰਨਿੰਗ ਦੇ ਵਿੱਚ ਦਈਏ ਜਾਂ ਫਿਰ ਲੇਟ ਈਵਨਿੰਗ ਦੇ ਵਿੱਚ, ਕਿਉਂਕਿ ਧੁੱਪ ਦੇ ਟਾਈਮ ਅਸੀਂ ਪੜ੍ਹਿਆ ਹੈ ਕਿ ਟ੍ਰਾਂਸਪੀਰੇਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ। ਪਾਣੀ ਜਿੰਨਾ ਦੇਵਾਂਗੇ ਉਨਾ ਹੋ ਜਾਏਗਾ, ਵੇਸਟੇਜ ਹੋਏਗੀ ਪਾਣੀ। ਉਸ ਤੋਂ ਬਾਅਦ ਜਿਹੜੀ ਰੇਨ ਵਾਟਰ ਹਾਰਵੈਸਟਿੰਗ ਹੈ ਉਹ ਕਰੀਏ। ਬਾਰਿਸ਼ ਦਾ ਪਾਣੀ ਬਹੁਤ ਪਿਓਰ ਹੁੰਦਾ ਹੈ ਨਾ, ਕਿੰਨੀ ਕੰਡੈਂਸੇਸ਼ਨ ਕਿੱਦਾਂ ਅਸੀਂ ਪੜ੍ਹਿਆ ਕਿ ਹੋ ਕੇ ਵਾਪਸ ਆਉਂਦਾ, ਇਟ ਇਜ਼ ਪਿਊਰੀਫਾਈਡ ਵਾਟਰ, ਬਸ਼ਰਤੇ ਐਸਿਡ ਰਹਿਣ ਨਹੀਂ ਹੈਗੀ। ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਫਰੂਟਸ ਐਂਡ ਵੈਜੀਟੇਬਲਸ ਨੇ, ਉਹਨਾਂ ਨੂੰ ਪੈਨ ਦੇ ਵਿੱਚ ਧੋਈਏ। ਇੱਦਾਂ ਨਹੀਂ ਕਿ ਉਹ ਛੰਨੀ ਦੇ ਵਿੱਚ ਪਾ ਲਿਆ ਔਰ ਸਿੰਕ ਦੇ ਥੱਲੇ ਕਰ ਦਿੱਤਾ ਔਰ ਕਰਕੇ ਭੁੱਲ ਗਏ, ਇੱਦਾਂ ਨਹੀਂ, ਉਹਦੇ ਨਾਲ ਵੀ ਵੇਸਟੇਜ ਹੁੰਦੀ ਹੈ। ਸੋ ਦੈਟਸ ਆਲ ਅਬਾਊਟ ਵਾਟਰ ਕੰਜ਼ਰਵੇਸ਼ਨ। ਸੋ ਸਾਡੀ ਨਵੀਂ ਜਨਰੇਸ਼ਨ, ਸਾਡੀ ਜਨਰੇਸ਼ਨ ਦੀ ਰਿਸਪੌਂਸਿਬਿਲਿਟੀ ਹੈ ਡੇ ਸੈਲੀਬ੍ਰੇਟ ਕਰਨਾ, ਲੈਕਚਰ ਦੇਣਾ ਸਿਰਫ ਇੱਕ ਫਾਰਮੈਲਿਟੀ ਹੈ ਬੇਟਾ, ਇੱਕ ਅਵੇਕਨਿੰਗ ਕਾਲ ਹੈ। ਜਾਗਣਾ, ਜਾਗਦੇ ਰਹਿਣਾ ਤੇ ਆਪਣੀ ਜਾਗਰੂਕਤਾ ਨੂੰ ਫੈਲਾਉਂਦੇ ਰਹਿਣਾ, ਇਹ ਸਾਡੀ ਰਿਸਪੌਂਸਿਬਿਲਿਟੀ ਹੈ। ਅਸੀਂ ਇੱਕ ਇਨੀਸ਼ੀਏਟਿਵ ਲੈ ਲੈਂਦੇ ਹਾਂ ਜਗਾਉਣ ਦਾ, ਜਾਗਦੇ ਰਹਿਣਾ ਤੇ ਅੱਗੇ ਹੋਰਾਂ ਨੂੰ ਜਗਾਉਣਾ, ਉਹ ਤੁਹਾਡੀ ਰਿਸਪੌਂਸਿਬਿਲਿਟੀ ਹੈ। ਠੀਕ ਹੈ। ਅਸੀਂ ਹਮੇਸ਼ਾ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ ਸੇਵਿੰਗਸ ਕਰਦੇ ਹਾਂ। ਇੰਨੇ ਦੀ ਐਫਡੀ ਕਰ ਲਈ, ਇੰਨੇ ਦਾ ਬੀਮਾ ਕਰਾ ਲਿਆ, ਕਰੋੜ ਦਾ ਬੀਮਾ ਕਰਾ ਲਿਆ, 2 ਕਰੋੜ ਦਾ ਕਰਾ ਲਿਆ, ਬਟ ਐਕਚੁਅਲੀ ਬੀਮਾ ਪਤਾ ਕਿਹਦਾ ਕਰਵਾਉਣ ਦੀ ਲੋੜ ਹੈ? ਸਾਫ਼ ਹਵਾ, ਸਾਫ਼ ਪਾਣੀ, ਸਾਫ਼ ਮਿੱਟੀ ਦਾ। ਜਦ ਤੱਕ ਇਹ ਚੀਜ਼ਾਂ ਨਹੀਂ ਹੋਣਗੀਆਂ, ਚਾਹੇ ਬੰਦੇ ਕੋਲ ਕਰੋੜਾਂ ਰੁਪਇਆ, ਲੱਖਾਂ ਰੁਪਇਆ, ਅਰਬਾਂ ਰੁਪਇਆ ਕਿਉਂ ਨਾ ਹੋਏ, ਕੋਈ ਫਾਇਦਾ ਨਹੀਂ। ਠੀਕ ਹੈ ਜੀ। ਸੋ ਥੈਂਕ ਯੂ ਸੋ ਮਚ ਫॉर योर हियरिंग। ਡਾਕਟਰ ਸਾਹਿਬ ਨੇ ਜੀ ਲੈਬੋਰੇਟਰੀ ਨਾਲ ਗੱਲ ਕੀਤੀ ਹੈ, ਪਾਣੀ ਸੰਭਾਲ ਬਾਰੇ ਕੀਤੀ, ਕਿੰਨੇ ਪਰਸੈਂਟ ਧਰਤੀ ਦੇ ਸਰਫੇਸ ਪਾਣੀ ਹੈ, ਕਿੰਨਾ ਸ਼ਰੀਰ ਪਾਣੀ ਹੈ, ਕਿੰਨੇ ਕੀੜੇ ਮਕੌੜੇ ਕੱਢ ਪਾਣੀ ਹੈ, ਗਿਆਨ ਬਾਰੇ ਸਾਨੂੰ ਪੂਰਾ ਗਿਆਨ ਦਿੱਤਾ ਜੀ। ਨਾਲ ਸਚੇਤ ਵੀ ਕੀਤਾ, ਸਚੇਤ ਤੇ ਕੀਤਾ। ਪਾਣੀ ਦੇਖੋ 70-75% ਸਰਫੇਸ ਤੇ ਪਾਣੀ ਹੈ ਸਾਡੇ ਪਲੈਨਟ ਦੇ ਉੱਪਰ, ਧਰਤੀ ਪਲੈਨਟ ਤੇ, ਔਰ 3% ਜਿਹੜਾ ਪੀਣ ਵਾਲਾ, 2% ਜੰਮਿਆ, 1% ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ। ਔਰ ਇਸਤੇਮਾਲ ਜਿਹੜਾ ਪਾਣੀ ਕਰਦੇ ਹਾਂ ਉਹ ਦੇਖ ਲੈਂਦੇ ਕਿੰਨਾ ਕਾਲੇ ਰੰਗ ਦਾ 24 ਘੰਟੇ ਬੋਰਿਆਂ ਰਾਹੀਂ, ਸੀਵਰ ਰਾਹੀਂ ਕਿੱਦਾਂ ਸਾਡੇ ਸੋਰਸ ਜਿਹੜੇ ਫਿਲਟਰ ਸੋਰਸਾਂ ਨੂੰ ਮਿਲਦੇ ਜਾ ਰਿਹਾ ਹੈ। ਜੇ ਇਸ ਤਰੀਕੇ ਨਾਲ ਆਉਣ ਵਾਲੇ ਟਾਈਮ ਤੇ ਕਿੰਨੇ % ਲੋਕ ਪਾਣੀ ਤੋਂ ਵਾਂਝੇ ਰਹਿ ਜਾਣਗੇ। ਔਰ ਪਾਣੀ ਹੈ ਜਲ ਹੈ ਤਾਂ ਕੱਲ ਹੈ, ਨਹੀਂ ਤਾਂ ਕੱਖ ਨਹੀਂ ਹੈ। ਇਸ ਸੇਕਤਾ ਜੰਗਲਾਂ ਬਾਰੇ ਕੀਤਾ, ਜੰਗਲਾਂ ਦੀ ਕੀ ਇੰਪੋਰਟੈਂਸ ਹੈ, ਕਿਸ ਤਰੀਕੇ ਸਾਨੂੰ ਇਹ ਖਾਣ ਪੀਣ ਲਈ ਪ੍ਰਬੰਧ ਕਰਦੇ ਨੇ, ਕਿਸ ਤਰੀਕੇ ਸਾਨੂੰ ਪਾਣੀ ਦਾ ਇੰਤਜ਼ਾਮ ਸਾਡੇ ਲਈ ਕਰਦੇ ਹਨ, ਕਿਸ ਤਰੀਕੇ ਨਾਲ ਪਸ਼ੂ ਪੰਛੀਆਂ ਨੂੰ, ਖਾਸ ਤੌਰ ਪੰਛੀਆਂ ਨੂੰ ਸ਼ੈਲਟਰ ਪ੍ਰਦਾਨ ਕਰਦੇ ਹਨ। ਇਤਿਹਾਸ ਬਾਰੇ ਬੜੀ ਭਰਪੂਰ ਜਾਣਕਾਰੀ ਉਹਨੇ ਸਾਨੂੰ ਪ੍ਰਦਾਨ ਕੀਤੀ ਹੈ। ਔਰ ਨਾਲ ਇੱਕ ਹੋਰ ਵੀ ਕੀਤਾ, ਪਾਣੀ ਬਾਰੇ ਸੁਚੇਤ ਕਰ ਚੇਤਾਵਨੀ ਦੇ ਨਾਲ ਜੰਗਲਾਂ ਜਿਸ ਤਰੀਕੇ ਨਾਲ ਕਟਿੰਗ ਕਰ ਰਹੇ ਆ, ਕਿਸ ਤਰੀਕੇ ਦਾ ਸਾਡਾ ਜੀਵਨ ਹੋਵੇਗਾ, ਉਸ ਬਾਰੇ ਵੀ ਸਾਨੂੰ ਚੇਤਨ ਕੀਤਾ ਔਰ ਅਲਾਰਮ ਵੀ ਕੀਤਾ ਦਿੱਤਾ ਸਾਨੂੰ ਵੀ ਆਉਣ ਵਾਲੇ ਟਾਈਮ ਤੇ ਸਾਡਾ ਜੀਵਨ ਨਹੀਂ ਹੋਊਗਾ ਜੇ ਜਿਸ ਤਰੀਕੇ ਨਾਲ ਅਸੀਂ ਦਰਖਤਾਂ ਦਾ ਘਾਣ ਕਰਦੇ ਰਹੇ, ਜਿਸ ਤਰੀਕੇ ਨਾਲ ਜੰਗਲਾਂ ਨੂੰ ਅਸੀਂ ਕੱਟਦੇ ਰਹੇ। ਸੋ ਬਹੁਤ ਸਾਰੇ ਵਿਚਾਰ ਤੁਹਾਡੇ ਮਨ 'ਚ ਵੀ ਆਉਣਗੇ। ਦੇਖੋ ਡਾਕਟਰ ਸਾਹਿਬ ਨੇ ਵਿਸਤਾਰ ਨੂੰ ਦੱਸਿਆ, ਬਹੁਤ ਬਹੁਤ ਮਿਹਰਬਾਨੀ, ਤਾੜੀ ਮਾਰ ਕੇ ਦਾ ਧੰਨਵਾਦ ਕਰਦੇ ਹਾਂ। ਆਪਾਂ ਆਏ ਹਾਂ ਬਹੁਤ ਸਾਰੇ ਹੀ ਥਿੰਕ ਟੈਂਕ ਹੈ ਜੀ, ਸਾਰੇ ਨੇ ਪਰਮਾਤਮਾ ਨੇ ਹਰੇਕ ਨੂੰ ਦਿਮਾਗ ਦਿੱਤਾ, ਹਰੇਕ ਸੂਝਵਾਨ ਹੈ ਔਰ ਸੋਚਦਾ, ਸੋਚ ਕੇ ਕੋਈ ਨਾ ਕੋਈ ਵਿਚਾਰ ਉਹਦੇ ਮਨ 'ਚ ਆਉਂਦਾ, ਕਿਸੇ ਨੂੰ ਦੱਸਦਾ ਨਹੀਂ। ਬਸ ਦਿਸ ਇਜ਼ ਅ ਪਲੇਟਫਾਰਮ। ਹੁਣ ਆਪਾਂ ਜਿਹੜੀਆਂ ਗੱਲਾਂ ਤੁਸੀਂ ਕਰਨਾ ਤੁਸੀਂ ਪਲੀਜ਼ ਸਾਂਝੀਆਂ ਕਰੋ। ਆਹ ਜਿਹੜਾ ਮਾਈਕ ਹੈ, ਮਾਈਕ ਹੋਊਗਾ ਡਾਕਟਰ ਸਾਹਿਬ ਕੋਲ, ਔਰ ਤੁਸੀਂ ਆਪਣੀ ਗੱਲ ਸਾਂਝੀ ਕਰ ਲਓ। ਥੋੜਾ ਲਾਊਡ ਨਹੀਂ ਬੋਲੇ ਜਿੱਦਾਂ ਮੈਂ ਬੋਲਦਾ, ਪਲੀਜ਼। ਅਗਲੀ ਵਾਰੀ ਆਪਾਂ ਬੰਦੋਬਸਤ ਕਰਾਂਗੇ ਕਿ ਇਹ ਸਾਡਾ ਬੋਲਣਾ ਬੰਦੋਬਸਤ ਕਰ ਦਈਏ ਜੀ ਵਾਰੀ। ਹਾਂ, ਕਾਈਂਡਲੀ ਆਹ ਮਾਈਕ ਇਹਨਾਂ ਕੋਲ ਜੀ, ਪਲੀਜ਼ ਪਹਿਲਾਂ ਤੁਸੀਂ ਸਵਾਲ ਕਰਨਾ ਸੀਗਾ, ਪੁੱਛੋ ਜਿੰਨਾ ਮਰਜ਼ੀ ਖੁੱਲ੍ਹ ਕੇ ਪੁੱਛੋ। ਪੁਆਇੰਟ ਰੇਜ਼ ਕਰਨਾ ਸੀ। ਹਾਂ, ਬੋਲੋ ਜੀ, ਏਦਾਂ ਕਰ ਦਿਓ ਜੀ। ਯੂ ਵਾਂਟ ਦਿਸ ਮਾਈਕ? ਆਰ ਯੂ ਕਮ ਹੇਅਰ?
Very good evening to all my dear friends. Myself Manu Arora. मैं ਇੱਥੇ ਆਇਆ ਡਾਕਟਰ ਮਹਿਰ ਦੇ ਵਿਚਾਰ ਸੁਣੇ, ਕਾਫੀ ਗੱਲਾਂ ਇਹਨਾਂ ਨੇ ਫੋਰੈਸਟ ਬਾਰੇ ਦੱਸੀਆਂ, ਕਾਫੀ ਗੱਲਾਂ ਅਸੀਂ ਸਮਝੀਆਂ ਵੀ ਕਿ ਅਸੀਂ ਸਾਡੇ ਲਈ ਫੋਰੈਸਟ ਕਿਉਂ ਜ਼ਰੂਰੀ ਹਨ। ਬਟ ਫੋਰੈਸਟ ਡੇ ਆਪਾਂ ਕਿਉਂ ਮਨਾਉਂਦੇ ਹਾਂ? ਫੋਰੈਸਟ ਡੇ ਮਨਾਉਣ ਦਾ ਮਕਸਦ ਕੀ ਹੈ? ਫੋਰੈਸਟ ਡੇ ਮਨਾਉਣ ਦਾ ਮਕਸਦ ਇਹ ਹੈ ਕਿ ਫੋਰੈਸਟ ਦੀ ਮਹੱਤਤਾ ਸਾਨੂੰ ਸਮਝ ਆਏ ਔਰ ਫੋਰੈਸਟ ਨੂੰ ਲੈ ਕੇ ਆਪਾਂ ਰੈਜ਼ੋਲੂਸ਼ਨ ਬਣਾਈਏ। ਜਿੱਦਾਂ ਆਪਾਂ ਨਿਊ ਈਅਰ ਦੇ ਰੈਜ਼ੋਲੂਸ਼ਨ ਬਣਾਉਂਦੇ ਨਾ ਆਪਣੇ ਆਪ ਨੂੰ ਇੰਪਰੂਵ ਕਰਨ ਲਈ, ਉਹਦਾ ਅੱਜ ਦੇ ਦਿਨ ਰੈਜ਼ੋਲੂਸ਼ਨ ਬਣਾਈਏ। ਜਿੱਦਾਂ ਹਰ ਘਰ ਦੇ ਵਿੱਚ ਕੱਚੀ ਥਾਂ ਹੋਣੀ ਚਾਹੀਦੀ ਹੈ। ਕਿਸੇ ਦਾ ਘਰ ਵੱਡਾ ਹੋਏਗਾ, ਕਿਸੇ ਦਾ ਘਰ ਛੋਟਾ ਹੋਏਗਾ, ਪਰ ਕੱਚੀ ਥਾਂ ਹੋਣੀ ਚਾਹੀਦੀ ਹੈ ਔਰ ਕੱਚੀ ਥਾਂ ਦੇ ਵਿੱਚ ਕੋਈ ਨਾ ਕੋਈ ਪਲਾਂਟਸ ਹੋਣਾ ਚਾਹੀਦਾ। ਇਹ ਬਹੁਤ ਜ਼ਰੂਰੀ ਹੈ। ਇਹ ਅਸੀਂ ਆਪਣੇ ਲੈਵਲ ਤੇ ਕਰ ਸਕਦੇ ਹਾਂ ਔਰ ਸਾਡੇ ਘਰ ਦੇ ਆਸ-ਪਾਸ ਜਿਹੜੀ ਵੀ ਕੋਈ ਕੱਚੀ ਜਗ੍ਹਾ ਸਾਨੂੰ ਦਿਖਦੀ ਆ, ਉੱਥੇ ਜ਼ਰੂਰ ਆਪਾਂ ਕੋਈ ਪਲਾਂਟ ਕੋਈ ਟ੍ਰੀ ਉਗਾਈਏ। ਫਿਰ ਸਾਡਾ ਇੱਥੇ ਆਣਾ ਸਫਲ ਹੈ। ਸਾਡੀਆਂ ਗੱਲਾਂ ਮੈਡਮ ਦੀਆਂ ਸੁਣੀਆਂ ਤਾਂ ਸਫਲ ਹੈ ਜੇ ਆਪਾਂ ਉੱਤੇ ਅਮਲ ਕਰੀਏ, ਜੋ ਆਪਣੇ ਲੈਵਲ ਤੇ ਕਰ ਸਕਦੇ ਹਾਂ। ਹਾਂ, ਹੁਣ ਗੱਲ ਦੂਜੀ ਆਉਂਦੀ ਹੈ ਕਿ ਜਿਹੜੇ ਬੰਦੇ ਦੂਜੇ ਗਲਤ ਕਰ ਰਹੇ ਆ ਉਹਨਾਂ ਨੂੰ ਕਿੱਦਾਂ ਰੋਕਿਆ ਜਾਵੇ। ਗਲਤ ਬਹੁਤ ਬੰਦੇ ਕਰ ਰਹੇ ਹੋਣਗੇ, ਕੋਈ ਛੋਟੇ ਪੈਮਾਨੇ ਤੇ ਕਰ ਰਿਹਾ ਹੋਊਗਾ, ਕੋਈ ਵੱਡੇ ਪੈਮਾਨੇ ਤੇ ਕਰ ਰਿਹਾ ਹੋਊਗਾ। ਮੈਂ ਫਿਲਹਾਲ ਇੱਥੇ ਇੱਕ ਪੁਆਇੰਟ ਜਿਹੜਾ ਰੇਸ ਕਰਨਾ ਚਾਹੁੰਦਾ ਸੀਗਾ, ਉਹ ਵੱਡੇ ਪੈਮਾਨੇ ਤੇ ਜਿਹੜਾ ਕੰਮ ਗਲਤ ਹੋ ਰਿਹਾ ਉਹਦੇ ਬਾਰੇ ਕਰਨਾ ਚਾਹ ਰਿਹਾ ਸੀਗਾ। ਮੈਂ ਜਾਣਦੇ ਆ ਜਿੱਦਾਂ ਮੈਡਮ ਨੇ ਬ੍ਰਾਜ਼ੀਲ ਦਾ ਵੀ ਰੈਫਰੈਂਸ ਦਿੱਤਾ ਸੀ ਨੰਬਰ 3 ਤੇ। ਬ੍ਰਾਜ਼ੀਲ ਦੇ ਵਿੱਚ ਜਿਹੜਾ ਐਮਾਜ਼ਨ ਫੋਰੈਸਟ ਹੈ ਉਹ ਦੁਨੀਆ ਦਾ ਸਭ ਤੋਂ ਵੱਡਾ ਫੋਰੈਸਟ ਹੈ। Amazon forest in Brazil is the biggest forest land available to our earth. ਸਾਡੀ ਜਿਹੜੀ ਜ਼ਮੀਨ ਦੇ ਉੱਤੇ, ਅਰਥ ਦੇ ਉੱਤੇ ਕੋਈ ਸਭ ਤੋਂ ਵੱਡਾ ਜੰਗਲ ਹੈ ਤਾਂ ਉਹ ਐਮਾਜ਼ਨ ਜੰਗਲ ਹੈ ਬ੍ਰਾਜ਼ੀਲ ਦਾ। ਉੱਥੋਂ ਸਾਨੂੰ ਕੀ ਮਿਲਦਾ ਹੈ? 80% ਆਕਸੀਜਨ ਮਿਲਦੀ ਹੈ। ਪੂਰੀ ਦੁਨੀਆ ਨੂੰ ਜਿੰਨੀ ਆਕਸੀਜਨ ਚਾਹੀਦੀ ਹੈ ਨਾ, ਉਹਦੀ 80% ਇਕੱਲਾ ਐਮਾਜ਼ਨ ਫੋਰੈਸਟ ਸਾਨੂੰ ਦੇ ਰਿਹਾ ਹੈ। अगर Amazon फॉरेस्ट ही ना रही तो साढ़े कोई जिंदा नहीं रहेगा। हमें Amazon फॉरेस्ट ब्राजील चाहे असं हिंदुस्तान की मर जाएंगे, हिंदुस्तान जब बैठी असं मर जाएंगे जो Amazon फॉरेस्ट खत्म हो जाए ब्राजील का। हुण ये गल ब्राजील गवर्नमेंट को भी पता है, ब्राजील गवर्नमेंट को भी पता है कि जो बाकी की दुनिया में Amazon फॉरेस्ट खत्म नहीं होने देगी, करन देगी, बट वो की है उल्टा रास्ता अपनाता है। मेलाफाइट इंटेंशन ਆਪਾਂ ਉਹਨੂੰ ਕਹਿੰਦੇ ਆ ਗਲਤ ਸੋਚਣੀ। ਉਹ ਕੀ ਕਰਦਾ ਹੈ, ਆਪ ਹੀ ਆਪਣੇ ਜੰਗਲ ਨੂੰ ਅੱਗ ਲਾ ਦਿੰਦਾ ਹਰ ਸਾਲ ਔਰ 6-6 ਮਹੀਨੇ ਅੱਗ ਨਹੀਂ ਹੋ ਬੁਝਦੀ। ਉਹ ਕਿਉਂ ਅੱਗ ਲਾਉਂਦਾ ਹੈ? ਕਿ ਉਹਨੂੰ ਜ਼ਮੀਨ ਮਿਲ ਜਾਏਗੀ ਕਲਟੀਵੇਸ਼ਨ ਲਈ, ਕ੍ਰੌਪਸ ਉਗਾਉਣ ਵਾਸਤੇ, ਪਰ ਕੋਈ ਦੇਸ਼ ਦੁਨੀਆ ਦਾ ਉਹਨੂੰ ਰੋਕ ਨਹੀਂ ਰਿਹਾ ਇਸ ਟਾਈਮ। ਜਦਕਿ ਉਹ ਆਕਸੀਜਨ ਹੱਬ ਹੈ ਪੂਰੀ ਦੁਨੀਆ ਦਾ, ਹਾਰਟ ਹੈ ਪੂਰੀ ਦੁਨੀਆ ਦਾ, ਜਿੱਥੋਂ ਆਕਸੀਜਨ ਸਪਲਾਈ ਆ ਰਹੀ ਹੈ। ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ, ਮੈਡਮ ਨੇ ਇੱਕ ਪੁਆਇੰਟ ਰੇਸ ਕੀਤਾ ਸੀ ਗਲੇਸ਼ੀਅਰਸ ਦਾ। ਗਲੇਸ਼ੀਅਰਸ ਕਿੱਥੇ ਆ? ਨਾਰਥ ਪੋਲ ਤੇ ਆ ਔਰ ਸਾਊਥ ਪੋਲ ਤੇ ਆ। सिर्फ ग्लेशियर्स को ही सानू जिहड़ा है पानी मिलता, स्वच्छ पानी जिथे साडी जिंदगी टिकी हुई है। डायरेक्टली और इनडायरेक्टली सानू जिहड़ा अज दी डेट च स्वच्छ पानी पीण नू मिल रहा वो ग्लेशियर्स दे वजह दे नाल ही मिल रहा है, चाहे वो ग्लेशियर्स नॉर्थ पोल च चाहे वो साउथ पोल च। हुण जे वो ग्लेशियर ही ना रहे, ये होण जा रहा है, मैं तुहानू सुचेत कर रहा ग्लेशियर ही ना रहे, क्योंकि ग्लोबल वार्मिंग हो रही है। ग्लोबल वार्मिंग आप रोकने वास्ते की कर सकते हैं? आप फॉरेस्ट डे सैलीब्रेट कर सकते हैं और उस पर अमल कर सकते हैं, क्योंकि फॉरेस्ट ही एक ऐसी चीज है जिहड़ा ग्लेशियर्स को पिघलन तो रोक सकते नहीं है। सिर्फ फॉरेस्ट एक ऐसी चीज है जिहड़ी ग्लोबल वार्मिंग को रोकने दे विच एक सक्षम पैमाना है, इकलौता पैमाना है। इसलिए फॉरेस्ट की देखभाल करना इसलिए भी जरूरी है कि आप ग्लेशियर्स को बचा सकिए। सिर्फ इसलिए नहीं कि सानू पीने लिए स्वच्छ पानी मिल जाएगा, बल्कि इसलिए भी कि असं जिंदा रह सके, क्योंकि ग्लेशियर अगर पिघल गए तो दुनिया का कोई भी मनुष्य जिंदा नहीं रहेगा, पानी च डूब जाएगा। सिर्फ 20% ग्लेशियर से पिघल जाए तो सब पूरी दुनिया डूब जाएगी पानी च। साढ़े तो कोई नहीं जिंदा रह सकता, पूरी पूरी दुनिया डूब जाएगी। इसलिए ग्लेशियर को बचाना जरूरी है और फॉरेस्ट को बचाना भी जरूरी है, और ऑलरेडी जो फॉरेस्ट एग्जिस्ट करते हैं उन्होंने कटाई को रोकना भी जरूरी है। सिर्फ हिंदुस्तान च नहीं, पूरी दुनिया च रोकना जरूरी है। और हिंदुस्तान च भी सानू कड़े कानून बनाने चाहिए हैं भी सड़क बनाने के नाम पे, डैम बनाने के नाम पे, कोई टनल बनाने के नाम पे फॉरेस्ट एरिया को खत्म ना करने दिता जाए, किसी भी हालत च ना खत्म किया जाए। क्योंकि सानू देखने च आया है
ਵੀ ਕਦੀ ਕੱਲ ਨੂੰ ਗਵਰਨਮੈਂਟ ਏਦਾਂ ਮਰੋੜ ਲੈਂਦੀ, ਕਦੀ ਉਦਾਂ ਮਰੋੜ ਲੈਂਦੀ ਆ। ਕੁਝ ਟ੍ਰਾਈਬਲ ਏਰੀਆ ਆਪਣੀ ਆਵਾਜ਼ ਉਠਾਉਂਦੇ ਨੇ, ਕੁਝ ਐਕਟਿਵਿਸਟ ਆਵਾਜ਼ ਉਠਾਉਂਦੇ ਨੇ, ਉਹਨਾਂ ਐਕਟਿਵਿਸਟ ਨੂੰ ਹੀ ਗਵਰਨਮੈਂਟ ਜੇਲ੍ਹਾਂ 'ਚ ਪਾ ਦਿੰਦੀ ਹੈ, ਆਵਾਜ਼ ਦਬ ਜਾਂਦੀ ਹੈ। ਹਿੰਦੁਸਤਾਨ 'ਚ ਹੋ ਰਿਹਾ, ਕਾਫੀ ਐਕਟਿਵਿਸਟ ਜੇਲ੍ਹਾਂ 'ਚ ਬੈਠੇ ਆ ਜਿਨ੍ਹਾਂ ਨੇ ਇਸ ਚੀਜ਼ ਦੇ ਉੱਤੇ ਆਵਾਜ਼ ਉਠਾਈ ਸੀ। ਔਰ ਸਿਰਫ ਹਿੰਦੁਸਤਾਨ 'ਚ ਨਹੀਂ ਇਹ ਹੋ ਰਿਹਾ, ਪੂਰੀ ਦੁਨੀਆ 'ਚ ਇਹ ਹੋ ਰਿਹਾ। ਪੂਰੀ ਦੁਨੀਆ ਜਿਹੜਾ ਐਕਟਿਵਿਸਟ ਆਵਾਜ਼ ਉਠਾਉਂਦਾ ਜੇਲ੍ਹਾਂ 'ਚ ਪਹੁੰਚ ਜਾਂਦਾ, ਉਹਦੀ ਆਵਾਜ਼ ਗਵਰਨਮੈਂਟ ਦਬਾ ਦਿੰਦੀ ਹੈ। ਸੋ ਆਪਣੇ ਆਪ ਨੂੰ ਅਸੀਂ ਸੁਚੇਤ ਕਰੀਏ, ਆਪਣੀ ਆਵਾਜ਼ ਨੂੰ ਸੁਚੇਤ ਕਰੀਏ, ਗਵਰਨਮੈਂਟ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਈਏ ਔਰ ਸਭ ਤੋਂ ਪਹਿਲੇ ਖੁਦ ਵੀ ਚੁਕੰਨੇ ਰਹੀਏ, ਖੁਦ ਵੀ ਆਪਣੀ ਡਿਊਟੀ ਨਿਭਾਈਏ। ਤਾਂ ਹੀ ਅਸੀਂ ਗਵਰਨਮੈਂਟ ਨੂੰ ਆਪਣੀ ਡਿਊਟੀ ਨਿਭਾਉਣ ਲਈ ਕਹਿ ਰਹੇ ਹਾਂ, ਤਾਂ ਹੀ ਆਪਾਂ ਦੂਸਰੇ ਦੇਸ਼ਾਂ ਨੂੰ ਆਪਣੀ ਡਿਊਟੀ ਨਿਭਾਉਣ ਲਈ ਕਹਿ ਸਕਦੇ ਹਾਂ, ਤਾਂ ਹੀ ਆਪਾਂ ਜਾਗਰੂਕ ਹੋ ਸਕਦੇ ਹਾਂ। ਹਾਂਜੀ, ਥੈਂਕ ਯੂ। ਤੁਹਾਡੇ ਨੌਲੇਜ ਬਹੁਤ ਆ, ਦਿਲ ਕਰਦਾ ਮਿੱਤਰ ਰੱਖ ਲਈਏ, ਬਹੁਤ ਵਧੀਆ। ਅੱਗੇ ਤੋਂ ਲੰਚ ਜੁਆਇਨ ਕਰਨਾ ਹੀ ਸਾਡੇ ਨਾਲ ਇਹਦੇ ਗੱਲ ਸੀ ਵਾਲੀ ਜੀ। ਇਹਨਾਂ ਤੋਂ ਇਲਾਵਾ ਇਹ ਕੇਸ ਤੁਹਾਡੇ ਮਨ 'ਚ ਹੋਵੇ, ਸਰੋਆ ਸਾਹਿਬ ਬੈਠੇ ਆ, ਨੈਸ਼ਨਲ ਅਵਾਰਡੀਜ਼ ਮਾਸਟਰ ਗੁਰਮੀਤ ਸਿੰਘ ਬੈਠੇ ਆ, ਪਿੱਛੇ ਬੈਠੇ ਸਾਰੇ ਬੈਠੇ ਆਪਣੇ ਯਾਰ ਦੋਸਤ ਭੈਣ ਭਰਾ, ਵਿਸ਼ਵਾਮਿੱਤਰ ਦੀ ਕੋਈ ਗੱਲ ਆਪਣੀ ਸਾਂਝੀ ਕਰਨਾ ਚਾਹੋਗੇ, ਭੈਣ ਜੀ ਆਏ, ਮਿਸਿਸ ਚਾਨਾ ਇਹਨੇ ਜੁਆਇਨ ਕੀਤਾ, ਮਿਸਿਸ ਤੁੱਲੀ ਬੈਠੇ ਆ, ਕੋਈ ਆਪਣੀ ਗੱਲ ਜਿਹੜੀ ਸਾਂਝੀ ਕਰਨਾ ਚਾਹੋ। ਬੇਟੇ ਦੇਖੋ ਲੈਕਚਰ ਜਿਹੜਾ ਠੀਕ ਹੈ, ਬਾਕੀ ਇਸ ਸਰੋਤੇ ਦੀ ਸੁਣਾ ਤੁਹਾਨੂੰ ਰਹੇ ਸੀਗੇ ਡਾਕਟਰ ਬਨੀਤਾ ਪੁੱਤਰ ਤੁਹਾਨੂੰ ਤੇ ਬੇਟੀਆਂ ਵਗੈਰਾ ਨੂੰ। ਇਨ ਕੇਸ ਤੁਹਾਡੇ ਮਨ 'ਚ ਕੋਈ ਗੱਲ ਹੈ, ਸੈਲੀਬ੍ਰੇਟ ਕਰਦੇ ਆ, ਦਰਖਤਾਂ ਦਾ ਫਾਇਦਾ ਕੀ ਹੈ, ਪਾਣੀ ਸੰਭਾਲਣ ਦਾ ਫਾਇਦਾ ਕੀ ਹੈ, ਸਾਨੂੰ ਦਰਖਤ ਸਾਹਮਣੇ ਚਾਹੀਦੇ ਕਿ ਨਹੀਂ, ਸਾਡੇ ਸਾਹਮਣੇ ਕਿੱਦਾਂ ਕਰਨੇ, ਪਾਣੀ ਕਿੱਦਾਂ ਵੇਸਟ ਹੁੰਦਾ, ਪਾਣੀ ਸੰਭਾਲਣਾ ਚਾਹੀਦਾ ਕਿ ਨਹੀਂ ਚਾਹੀਦਾ, ਆਪਾਂ ਕੀ ਯੋਗਦਾਨ ਪਾ ਸਕਦੇ ਆ। ਆਪਣੇ ਮਹੱਲੇ ਵੀ ਦੇਖਿਆ ਘਰਾਂ 'ਚ ਨਿਕਲਦੇ ਆ, ਪਾਣੀ ਵੇਸਟ ਕਿੱਦਾਂ ਹੋ ਰਿਹਾ, ਨਾਲ ਦੇ ਘਰ 3 ਘਰ ਆ ਸਿਰਫ। ਇਟ ਵਾਸ ਦਾ ਟਾਈਮ ਦਿੱਲੀ ਦੇ ਸ਼ਹਿਰ ਦੇ ਤਿੰਨ ਕੱਲੇ ਘਰ ਦੀ ਕਾਰ ਆਉਂਦੇ। ਹੁਣ ਮਹਾਰਾਜ ਕਿਰਪਾ ਸਾਡੇ ਤਿੰਨਾਂ ਘਰ ਦੇ ਵਿੱਚ ਆ। ਜਦੋਂ ਪਾਣੀ ਨਹੀਂ ਹੁੰਦੇ, ਮੈਡਮ ਗੱਲ ਕਰ ਰਹੇ ਸੀਗੇ ਬਨੀਤਾ ਕਿ ਪਾਣੀ ਜਿਹੜਾ ਨਲਕੇ ਤੋਂ ਲੈਂਦੇ ਹੁੰਦੇ ਸੀਗੇ, ਠੀਕ ਹੈ, ਪਾਣੀ ਹੁਣ ਸੁੱਚ ਦਾ ਮੈਂ ਦੇ ਤੇਰੇ ਚੱਲ ਪਦਾ ਟੁੱਲੂ ਮਾਜਾ ਕਰਕੇ ਸਮਰਸੀਬਲ ਪੰਪ, ਟੁੱਲੂ ਦਾ ਸਮਰਸੀਬਲ ਪੰਪ ਜੀ, ਕਿੱਦਾਂ ਕਾਰਾਂ ਧੋਣੇ, ਕਿੱਦਾਂ ਸਕੂਟਰ ਧੋਣੇ, ਕਿੱਦਾਂ ਪਾਣੀ ਵੇਸਟ ਕਰਦੇ, ਧੋਣ ਲੱਗੇ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ। ਪਾਣੀ ਦਾ ਕਰੋ ਉਪਯੋਗ, ਪਰ ਨਾ ਕਰੋ ਦੁਰਉਪਯੋਗ ਕਰਦੇ ਆ। ਪਾਣੀ ਜੇ ਸਾਫ਼ ਕਰਨਾ ਹੈ, ਕਾਬ ਸਾਫ਼ ਕਰਨਾ, ਇੱਕ ਬਾਲਟੀ ਨਾਲ ਸਾਫ਼ ਹੁੰਦੀ ਹੈ। ਜੇ ਅਸੀਂ ਸਮਰਸੀਬਲ ਪੰਪ ਚਲਾਉਂਦੇ ਉਹ ਕਿਵੇਂ ਦੁਰਉਪਯੋਗ ਕਰਨ ਲਈ ਅਸੀਂ ਕੁਝ ਰੋਕ ਸਕਦੇ ਹਾਂ। ਸਾਡੇ ਘਰ ਕਾਰ ਹੈ ਨਹੀਂ ਰਹੇਗੀ, ਨਾ ਅਸੀਂ ਕੀ ਕਰਵਾ, ਗੁਆਂਢੀਆਂ ਦੀ ਕਾਰ ਤਾਂ ਸਾਡੀ ਆ, ਕੱਲ ਮੇਰੀ ਮਾਂ ਵਾਲੀ ਗੁਆਂਢੀਆਂ ਲੈ ਹੀ ਜਾਣੀ ਤੇ ਸਾਡੀ ਵੀ ਕਾਰ, ਤੇ ਉਹ ਲਈ ਵੀ ਆਪਾਂ ਤੋਂ ਉਪਰਾਲਾ ਕਰ ਸਕਦੇ, ਪਾਣੀ ਨੂੰ ਕਹਿ ਸਕਦੇ ਗੁਆਂਢੀ ਨੂੰ ਵੀ ਭਾਈ ਏਦਾਂ ਨਹੀਂ ਏਦਾਂ ਕਰ ਲਾ, ਠੀਕ ਹੈ। ਘਰ ਦੇ ਵਿੱਚ ਆ ਭਾਂਡੇ ਧੋਣ ਦੀ ਵਿਧੀ ਦੱਸੀ, ਟੂਟੀ ਛੱਡਦੇ ਆ, ਧੋਈਆਂ ਨਾਲ ਗੱਲਾਂ ਕਰੀ ਜਾਣਾ। ਕਦੇ ਬੁਰਸ਼ ਕਰਦੇ, ਟੁੱਥਬੁਰਸ਼ ਕਰਦਾ ਕੋਈ ਤੁਹਾਡੇ ਚੋਂ? ਨਹੀਂ ਕਰਦੇ। ਮੇਰੀ ਮਾਂ ਨੇ ਘਰ ਦੇ ਵਿੱਚ ਟੁੱਥਬੁਰਸ਼ ਰੱਖਿਆ, ਤੁਹਾਨੂੰ ਦੱਸਿਆ ਕਿ ਦਿੱਲੀ ਰੱਖਿਆ, ਉਹ ਨਾ ਮੈਂ ਕਿ ਮੈਂ ਲੈ ਲਵਾਂ, ਕਹਿੰਦੀ ਨਹੀਂ ਇਹਦਾ ਵਰਤੀ, ਕਹਿੰਦੀ ਆਏ ਗਏ ਰੱਖਿਆ। ਟੁੱਥਬੁਰਸ਼ ਕਰਦੇ ਦਿੰਦੇ ਆ, ਕਰੀ ਜਾਂਦੇ, ਚੱਲੀ ਜਾਂਦਾ ਬਾਜ਼ਾਰ ਟੋਟਰ ਪਾਣੀ ਪੀ ਜਾਂਦੇ, ਕਰੀ ਜਾਂਦੇ, ਮਜ਼ਾ ਆਉਂਦਾ ਏਦਾਂ ਵੀ। ਪਲੀਜ਼ ਏਦਾਂ ਦੀਆਂ ਗੱਲਾਂ ਤੋਂ ਅਵਾਇਡ ਕਰ ਸਕਦੇ ਹਾਂ ਜੀ ਆਪਾਂ। ਸੋ ਤੁਸੀਂ ਕੁਝ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਜਿਹਦੇ ਨਾਲ ਪਾਣੀ ਸੰਭਾਲ ਹੋਵੇ, এনवायरमेंट ਦੀ ਸੰਭਾਲ ਹੋਵੇ। ਆਹ ਧਰਤੀ ਜਿਹਨੇ ਉਸ ਪਰਮਾਤਮਾ ਨੇ ਸਾਨੂੰ ਬਖਸ਼ੀ ਸੀ, ਸਾਫ਼ ਸੁਥਰਾ ਪਾਣੀ, ਸਾਫ਼ ਸੁਥਰਾ ਹਵਾ, ਸਾਫ਼ ਸੁਥਰਾ ਖਾਣ ਵਾਲੇ ਪਦਾਰਥ। ਦੱਸਦੇ ਸੀ ਡਾਕਟਰ ਸਾਹਿਬ ਦੱਸਿਆ, ਸਾਰਿਆਂ ਨੂੰ ਸਪੀਸੀ ਜਿਹੜੀ ਅਸੀਂ ਆਏ ਆ, ਇਨਸਾਨ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੇ ਜਿੰਨੇ ਫਲ ਫਰੂਟ ਗਿਣ ਲਓ ਕਿੰਨੇ, 100 ਫਰੂਟ ਦਾ ਨਾਂ ਗਿਣ ਕੇ 100 ਰੁਪਏ ਨਾਮ ਦਊਂ, ਟਿੰਕੂ ਗਿਣਦੇ ਵਿਚਾਰ, ਪਰ ਹਜ਼ਾਰਾਂ ਦੀ ਸੰਖਿਆ ਫਰੂਟ ਆ। ਸਵੇਰ ਕਿੰਨੇ ਆ, ਸਵੇਰੇ ਡਰਾਈ ਫਰੂਟ ਕਿੰਨੇ ਖਾਣੇ ਆਪਾਂ ਦੱਸੋ, ਮੈਂ ਕਿੰਨੇ ਖਾਣੇ ਦੱਸ ਦਿਓ। ਪਰਮਾਤਮਾ ਦੀ ਕਿਰਪਾ ਹੀ ਖਾਂਦੇ ਆਪਣੇ ਘਰ ਜਾ ਕੇ। ਸੋ ਇੰਨਾ ਕੁਝ ਪਰਮਾਤਮਾ ਨੇ ਦੇ ਦਿੱਤਾ, ਸਭ ਕੁਝ ਪੈਦਾ ਦੇਣ ਤੋਂ ਬਾਅਦ ਉਹਨੇ ਕਿਹਾ ਓਏ ਚੱਲ ਬਈ, ਉਹਨੂੰ ਕੀ ਕੀਤਾ, ਰੱਬ ਨੇ ਕੀਤਾ ਚੱਲ ਤੁਸੀਂ ਆਦਮ ਨੇ ਹੀ ਆਹ ਸੇਬ ਖਾ ਤੇ ਬਾਕੀ ਜਿੰਨੇ ਪਦਾਰਥ ਆਨੰਦਿਤ ਹੋ ਜਾ ਖਾ। ਪਰ ਹਨੂਮਾਨ ਦੀ ਪ੍ਰਵਿਰਤੀ ਸਾਡੇ ਪੈਦਾ ਕਰਦੀ, ਇੰਨਾ ਖਾਣੇ ਬਾਕੀ ਟੁੱਟੀ ਜਾਂਦੇ, ਠੀਕ ਹੈ, ਵੇਸਟ ਜ਼ਿਆਦਾ ਕਰਨੇ ਆ। ਸੋ ਆਪਾਂ ਨੂੰ ਕੀ ਕਰਨਾ ਚਾਹੀਦਾ, ਆਪਾਂ ਨੇ ਦੇਖੋ ਇੱਦਾਂ ਦਿਨ ਹੁਣ ਸੈਲੀਬ੍ਰੇਟ ਕਰ ਰਹੇ ਆ, ਸੈਲੀਬ੍ਰੇਟ ਨਾਲ ਅਸੀਂ ਟਰੈਕਟਰ ਵੀ ਕੁੱਤੇ ਲਾ ਕੇ ਆਏ ਹਾਂ, ਗੱਲ ਲਾ ਰਹੇ, ਠੀਕ ਹੈ। ਥੋੜਾ ਬਹੁਤ ਦਾਇਿਤਵ ਸਮਝਦੇ ਆਵਾਂਗੇ ਤੇ ਖਾਵੇ ਨਹੀਂ ਦਾਇਿਤਵ, ਆਪਾਂ ਜਿੰਨੇ ਬੈਠੇ ਸਾਡੇ ਦਾਇਿਤਵ ਵੀ ਤੁਸੀਂ ਆਏ। ਸੋ ਪਲੀਜ਼ ਆਪਾਂ ਆਪਣੇ ਆਈਡੀਆ ਕੰਟਰੀਬਿਊਟ ਕਰੋ ਜੀ ਪਲੀਜ਼। ਆ ਮਾਈਕ ਜਿਹੜਾ ਮੈਂ ਡਾਕਟਰ ਸਾਹਿਬ ਤੋਂ ਕੋਈ ਸਵਾਲ ਪੁੱਛੋ, ਮਜ਼ਾ ਆਊਗਾ, ਪੁੱਛੋ। ਆ ਬੇਟੀ ਬੈਠੀ ਹੈ ਵਾਲੀਏ, ਮੈਂ ਬੇਟੀ ਹੈ ਵਾਲੀਏ ਦੀ, ਉੱਤਰ ਕੋਈ ਸਵਾਲ ਕਰ, ਜਿਹੜਾ ਦੇਖੋ ਥਿੰਕ ਟੈਂਕ ਆ ਕੇ ਆਈਡੀਆ ਦੇ ਨਾਲ ਭਰੇ ਇਹਨਾਂ ਦੇ ਦਿਮਾਗ ਦੇ। ਗਲੇਸ਼ੀਅਰ ਬਾਰੇ ਗੱਲ ਕਰ ਰਹੇ ਸੀਗੇ, ਮੈਨੂੰ ਜੀ ਤੁਸੀਂ ਕੀਤੀ ਗਲੇਸ਼ੀਅਰ, PhD ਗਲੇਸ਼ੀਅਰ ਤੇ ਕੀਤੀ ਆ। ਗਲੇਸ਼ੀਅਰ ਕੀ ਹੁੰਦੇ ਪੰਜਾਬੀ ਦੱਸੋ? ਆ ਦੇਖਿਆ ਥੋੜੇ ਦਿਨ ਪਹਿਲਾਂ ਉੱਤਰਾਖੰਡ ਦੇ ਵਿੱਚ ਕੀ ਹੋਇਆ,
ਆਪਾਂ ਬਰਫ਼ ਪਿਘਲਦੀ ਤਾਂ ਕਹਿੰਦੇ ਆ, ਰਾਜੂ ਨੇ ਜਾਇਆ ਤਾਂ ਭੈਣ ਬਣ ਕੇ ਆ ਜਾ ਦੁਬਾਰਾ। ਗਲੇਸ਼ੀਅਰ ਪਿਘਲਣ ਨੂੰ ਸੁਣਦੇ ਆ, ਪਿਘਲੀ ਜਾਂਦੇ ਆ, ਪਾਣੀ ਦੇ ਸਤ੍ਹਾ ਜਿਹੜੀ ਨਦੀਆਂ ਪਾਣੀ ਦੇ ਉੱਪਰ ਜ਼ਿਆਦਾ ਵਹਾਅ ਆ ਰਿਹਾ, ਵਹਾਅ ਦੇ ਹੜ੍ਹ ਆ ਸਕਦਾ, ਹੜ੍ਹ ਦੇ ਨਾਲ ਜਿਹੜੀਆਂ ਸਮੁੰਦਰ ਦਾ ਪਾਣੀ ਸਤ੍ਹਾ ਉੱਪਰ ਆਉਂਦੀ ਉਤਰਨ ਨਾਲ ਤੱਟੀ ਏਰੀਆ ਸਾਰੇ ਡੁੱਬ ਸਕਦੇ ਆ। ਇਹ ਤਾਂ ਕਹਿੰਦੇ ਆ ਇਹ ਥੋੜੇ ਦਿਨ ਸਾਰਾ ਗਲੇਸ਼ੀਅਰ ਰੁੜ ਜਾਊਗਾ, ਉਹ ਵੀ ਦੇਖ ਲਓ ਅੱਖਾਂ ਦੇ ਸਾਹਮਣੇ ਵਿਦਨ 9 ਸੈਕਿੰਡ ਫਿਰ ਕਰਕੇ ਮਾਰਿਆ, ਬੰਦਿਆਂ ਨੇ ਜ਼ੋਰ ਲਾ ਲਿਆ। ਪ੍ਰਾਈਮ ਮਿਨਿਸਟਰ ਇੰਡੀਆ ਦੇਖੋ ਕਿੰਨਾ ਜ਼ੋਰ ਮਾਰਿਆ, ਉਹਨੇ ਜ਼ੋਰ ਲਾ ਲਿਆ, ਨਹੀਂ ਬਚਾ ਸਕਿਆ ਮਨੁੱਖਾਂ ਨੂੰ। ਕਿਉਂ? ਅਸੀਂ ਆੜ ਕੇ ਤਾਂ ਨੇਚਰ ਨਾਲ ਕੁਦਰਤ ਨਾਲ ਕਿਹੜਾ ਲੜ ਸਕਦਾ ਕੋਈ ਨਹੀਂ ਲੜ ਸਕਦਾ। ਜੇ ਲੜ ਸਕਦਾ ਇੱਦਾਂ ਦੇ ਬੰਦੇ ਬਣਾ ਕੇ ਦਿਖਾ ਦਿਓ, ਇਹ ਤਾਂ ਕੁਦਰਤ ਹੀ ਬਣਾਉਂਦੀ ਆ। ਇੱਦਾਂ ਦਰਖਤ ਬਣਾ ਕੇ ਦਿਖਾ ਦਿਓ, ਨਕਲ ਕਰ ਲਓਗੇ ਪਰ ਅਕਲ ਨਹੀਂ ਦੇ ਸਕਦੇ। ਇਹ ਅਕਲ ਉਹੀ ਦੇ ਸਕਦਾ ਕੁਦਰਤ ਦੀ ਆਪਣੀ। ਸੋ ਪਲੀਜ਼ ਜੀ ਕੋਈ ਦੱਸੋ, ਕੰਟਰੀਬਿਊਟ ਕਰੋ ਤਾਂ ਜੋ ਅੱਜ ਦਾ ਜਿਹੜਾ ਬੈਠਣਾ ਇੰਨਾ ਟਾਈਮ ਇੰਨਾ ਪੈਸਾ ਇਹਨਾਂ ਦੇ ਖਰਚਣਾ, ਇੰਨੇ ਪ੍ਰੈਸ਼ੀਅਸ ਟਾਈਮ ਖਰਚ ਲਿਆ ਹੈ ਮੈਡਮ ਜੀ, ਸਾਡੇ ਮੁੱਖ ਮੰਤਰੀ ਜੀ, ਤੁਸੀਂ ਸਾਰੇ ਬੀਜੀਐਸ ਪਰਸਨ ਹਰੇਕ ਜਿਹੜੇ ਆ ਕੇ ਯੂ ਆਰ ਕੰਟਰੀਬਿਊਟਿੰਗ ਟਾਈਮ ਜਿਹੜੀ ਵੈਲਿਊ ਬਹੁਤ ਆ। ਮਾਸੀ ਕੋਈ ਤੁਸੀਂ ਸਾਨੂੰ ਅਕਲ ਦੇ ਦਿਓ ਪਲੀਜ਼। ਮੈਡਮ ਵਿਦਨ ਆਸਟ੍ਰੇਲੀਆ 'ਚ ਨਾ ਆਟੋਮੈਟਿਕਲੀ ਅੱਗ ਲੱਗ ਜਾਂਦੀ ਆ ਜੰਗਲਾਂ 'ਚ, ਉਹਦਾ ਆਪਾਂ ਦੱਸੋ ਬੜੀ ਗਵਰਨਮੈਂਟ ਜ਼ੋਰ ਲਾ ਰਹੀ ਹੈ ਲੇਕਿਨ ਕੰਟਰੋਲ ਨਹੀਂ। ਐਕਚੁਅਲੀ ਉਹਦਾ ਰੀਜ਼ਨ ਇਹ ਹੈਗਾ ਹੈ ਕਿ ਉੱਥੇ ਨਾ ਕਈ ਇੱਦਾਂ ਦੀਆਂ ਸਪੀਸ਼ੀਜ਼ ਨੇ ਜਿਹੜੀਆਂ ਨੇ ਉਹ ਫਾਇਰ ਕੈਚਿੰਗ ਹੁੰਦੀਆਂ ਨੇ। ਕੁਝ ਕੋਸਟਲ ਏਰੀਆ ਇੱਦਾਂ ਦੇ ਨੇ ਜਿੱਥੇ ਜਦੋਂ ਜ਼ਿਆਦਾ ਸਨਲਾਈਟ ਪੈਂਦੀ ਹੈ, ਟੈਂਪਰੇਚਰ ਰਾਈਜ਼ ਹੁੰਦਾ ਹੈ ਤਾਂ ਆਟੋਮੈਟਿਕਲੀ ਉੱਥੇ ਜਿਹੜੀ ਹੈ ਬਰਨਿੰਗ ਸਟਾਰਟ ਹੋ ਜਾਂਦੀ ਹੈ। ਮੈਨੂੰ ਆਸਟ੍ਰੇਲੀਆ ਵਾਲੇ ਉਹਦੇ ਤੋਂ ਇੱਕ ਗੱਲ ਯਾਦ ਆਉਂਦੀ ਹੈ। ਮੈਂ ਪਾਲਮਪੁਰ ਸੀ ਉਦੋਂ, ਰਿਸਰਚ ਇੰਸਟੀਟਿਊਟ ਹੈ ਉੱਥੇ ਮੇਰਾ ਨਾਮ ਹੈ, ਆਈ ਵਾਸ ਡੂਇੰਗ PhD ਦੇयर। ਉੱਥੇ ਨਾ ਪਾਈਨਸ ਜਿਹੜਾ ਹੈਗਾ ਚੀਲ ਦੇ ਦਰਖਤ ਜਿਹੜੇ ਅਸੀਂ ਕਹਿੰਦੇ ਹਾਂ, ਚੀਲ ਦੇ ਦਰਖਤ ਬਹੁਤ ਜ਼ਿਆਦਾ ਹੁੰਦੇ ਨੇ। ਸੋ ਉਹਦੇ ਨਾਲ ਕੀ ਹੁੰਦਾ, ਉੱਥੇ ਬਾਰਿਸ਼ਾਂ ਬਹੁਤ ਹੁੰਦੀਆਂ ਨੇ। ਜਦੋਂ ਜ਼ਿਆਦਾ ਬਾਰਿਸ਼ ਹੋਏਗੀ ਨਾ ਉਹ ਸਲਿਪਰੀ ਹੋ ਜਾਂਦੀ ਹੈ, ਇੰਨੇ ਕਿ ਸਲਿਪਰੀ ਹੋ ਜਾਂਦੇ ਕਿ ਉਹ ਰਸਤੇ ਦੇ ਵਿੱਚ ਵਿਖਰ ਜਾਂਦੀ ਹੈ। ਤੇ ਜਿਹੜਾ ਵੀ ਬੰਦਾ ਉੱਥੇ ਲੋਕੀ ਜ਼ਿਆਦਾ ਪੈਦਲ ਚੱਲਦੇ ਨੇ, ਜਦੋਂ ਵੀ ਬੰਦਾ ਪੈਦਲ ਚੱਲੇਗਾ ਨਾ ਉਹਦਾ ਪੈਰ ਸਲਿਪ ਹੋਏਗਾ ਔਰ ਉਹ ਕਿਤੇ ਕਿਤੇ ਜਾ ਕੇ ਖੜ ਜਾਏਗਾ। ਸੋ ਐਕਚੁਅਲੀ ਇਸ ਤੋਂ ਪਹਿਲਾਂ ਕਿ ਜਦੋਂ ਧੁੱਪ ਨਿਕਲਦੀ ਹੈ ਨਾ, ਜਦੋਂ ਪੂਰਾ ਡਰਾਈ ਹੋ ਜਾਂਦਾ ਹੈ, ਆਟੋਮੈਟਿਕਲੀ ਉੱਥੇ ਜਿਹੜੀ ਹੈ ਫਾਇਰ ਕੈਚਿੰਗ ਹੋ ਜਾਂਦੀ ਹੈ। ਉਹਨਾਂ ਦੀ ਬਰਨਿੰਗ, ਹਾਂਜੀ ਉਹਨਾਂ ਦੀ ਬਰਨਿੰਗ ਜਿਹੜੀ ਹੈ ਨਾ ਉਹ ਫਾਸਟ ਹੋ ਜਾਂਦੀ ਹੈ। ਔਰ ਥੋੜੀ ਜਿਹੀ ਜਦੋਂ ਤੇਜ਼ ਸਨਲਾਈਟ ਪੈਂਦੀ ਹੈ ਤੇ ਉਹਦੇ ਅੰਦਰ, ਕਿਉਂਕਿ ਉਹ ਸੁੱਕੀਆਂ ਹੁੰਦੀਆਂ ਨੇ, ਮਤਲਬ ਜਿਹੜੇ ਅਸੀਂ ਝਾੜੂ ਦੇ ਪੀਲੇ ਆ ਨਾ ਉਸ ਤੋਂ ਵੀ ਜ਼ਿਆਦਾ ਪਤਲੀਆਂ, ਬਹੁਤ ਫਾਇਰ ਕੈਚਿੰਗ ਹੁੰਦੀਆਂ ਨੇ। ਤੇ ਉੱਥੋਂ ਦੀ ਸਰਕਾਰ ਜਿਹੜੀ ਉਹ ਕੀ ਕਰਦੀ ਹੈ ਹਿਮਾਚਲ ਦੀ, ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਨੈਚੁਰਲੀ ਅੱਗ ਲੱਗੇ ਉਹ ਗਿੱਲੀਆਂ ਨੂੰ ਝਾੜ ਦਿੰਦੇ ਨੇ। ਮੈਂ ਉਸ ਪੁਆਇੰਟ ਤੇ ਆ ਰਹੀ ਹਾਂ। ਸੋ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੈਗਾ ਆ ਉੱਥੇ ਇਸ ਤਰ੍ਹਾਂ ਦਾ, ਜਿਵੇਂ ਮੈਂ ਚੀਲ ਦੀ ਐਗਜ਼ਾਮਪਲ ਦਿੱਤੀ ਹੈ ਨਾ, ਉੱਥੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪਲਾਂਟ ਸਪੀਸ਼ੀਜ਼ ਨੇ ਜਿਹੜੀਆਂ ਹਾਈ ਟੈਂਪਰੇਚਰ ਹੋਣ ਦੇ ਕਰਕੇ, ਔਰ ਇੱਕ ਜਿਹੜਾ ਓਜ਼ੋਨ ਹੋਲ ਹੈ ਅਸੀਂ ਵੀ ਉਹ ਕਹਿੰਦੇ ਹਾਂ ਕਿ ਆਸਟ੍ਰੇਲੀਆ ਦੇ ਉੱਪਰ ਸਭ ਤੋਂ ਜ਼ਿਆਦਾ ਵੱਡਾ ਹੈ ਨਾ, ਉਹਦੇ ਕਰਕੇ ਜਦੋਂ ਜ਼ਿਆਦਾ ਹਾਈਲੀ ਇੰਟੈਂਸ ਲਾਈਟ ਰੇਜ਼ ਉੱਥੇ ਪੈਂਦੀਆਂ ਨੇ ਤੇ ਉੱਥੇ ਫਾਇਰ ਕੈਚਿੰਗ ਹੋ ਜਾਂਦੀ ਹੈ, ਨੈਚੁਰਲੀ ਹੁੰਦੀ ਹੈ। ਬਟ ਕਹਿੰਦੇ ਨੇ ਕਿ ਜਦੋਂ ਓਜ਼ੋਨ ਦੀ ਜਿਹੜੀ ਫਿਲਿੰਗ ਹੈ ਉਹ ਹੋ ਜਾਏਗੀ, ਸੋ ਇਟ ਕੈਨ ਬੀ ਰਿਡਿਊਸ ਟੂ ਸਮ ਐਕਸਟੈਂਟ, ਹੱਦ ਤੱਕ ਜਿਹੜੀ ਹੈ ਉਹ ਘੱਟ ਹੋ ਸਕਦੀ ਹੈ। ਦੂਜਾ ਪੁਆਇੰਟ ਆ ਕਿ ਸਾਡੇ ਛੋਟੇ ਉਹ ਕਹਿੰਦੇ ਹਾਥੀ ਦੇ ਪਾਮ ਵਿੱਚ ਸਭੀ ਦਾ ਪਾਮ, ਸਾਡੇ ਛੋਟੇ ਐਫਰਟਸ ਕਰਨ ਦੇ ਨਾਲ ਕੁਛ ਹੁੰਦਾ। ਸਾਡੀ GT ਰੋਡ ਦੇ ਕਿੰਨੇ ਉਹਨਾਂ ਨੇ ਸਭ ਦਰਖਤ ਕੱਟੇ ਆ, ਅਸੀਂ ਨਿੱਕੇ ਲਾਉਂਦੇ, ਕੀ ਕਵਰੇਜ ਤਾਂ ਗਵਰਨਮੈਂਟ ਹੀ ਕਰੇ। जैसा राजा वैसी प्रजा, कम से कम राजा तो कुछ करे, राजे तक ਅਸੀਂ ਕਿੰਨਾ ਗੱਲ ਚਾਹੀਏ। ਸਰ ਐਕਚੁਅਲੀ ਮੈਨੂੰ ਇਦਾਂ ਲੱਗਦਾ ਹੈ ਕਿ ਰਾਜਾ ਤੇ ਪ੍ਰਜਾ ਦੋਨਾਂ ਨੂੰ ਹੀ ਕਰਨਾ ਚਾਹੀਦਾ। ਰਾਜਾ ਤੇ ਪ੍ਰਜਾ ਤਾਂ ਰਾਜ ਨੇ ਕਰ ਰਹੀ ਹੈ। ਨਹੀਂ ਸਰ, ਉਹਦੀ ਤੇ ਗੱਲ ਐਕਚੁਅਲੀ ਮੈਂ ਪ੍ਰੈਜੈਂਟੇਸ਼ਨ ਵਿੱਚ ਵੀ ਮੈਂਸ਼ਨ ਕੀਤੀ ਸੀ ਕਿ ਉਹ ਕਹਿੰਦੇ ਨਾ ਕਿ ਵਰਲਡ ਵਿਲ ਨਾਟ ਚੇਂਜ, ਵੀ ਕੈਨ ਨਾਟ ਚੇਂਜ ਦ ਵਰਲਡ ਵਿਲ ਚੇਂਜ ਔਨ ਇਟਸ ਓਨ। ਬਟ ਅਸੀਂ ਜੇ ਆਪਣੀ ਲਾਈਫ ਦੇ ਵਿੱਚ ਇੱਕ ਦਰਖਤ ਵੀ ਕਰ ਲਈਏ, ਅਡਾਪਟ ਕਰ ਲਈਏ, ਅਸੀਂ ਬਹੁਤ ਸਾਰੀਆਂ ਐਗਜ਼ਾਮਪਲਸ ਤਾਂ ਦੇਖਦੇ ਹਾਂ। ਏਰੀਆ ਦੇ ਵਿੱਚ ਵੀ ਉੱਥੋਂ ਦੀਆਂ ਲੋਕਾਂ ਦੀਆਂ ਪੰਚਾਇਤਾਂ ਨੇ, ਉਹਨਾਂ ਨੇ ਕਿੰਨਾ ਅੱਛਾ ਬਣਾਇਆ ਹੋਇਆ ਹੈ ਨਾ। ਸੋ ਸਰ ਰਾਜੇ ਦੇ ਤਾਂ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ। ਤੁਹਾਨੂੰ ਅਸੀਂ ਲਾਈਵ ਕਵਰੇਜ ਦਿਖਾ ਰਹੇ ਸੀ ਹੋਟਲ ਹੇਅਰ ਪੈਲੇਸ ਤੋਂ, ਜਿੱਥੇ ਫੋਰੈਸਟ ਡੇ ਮਨਾਇਆ ਜਾ ਰਿਹਾ ਹੈ। ਔਰ ਅੱਜ ਦੀ ਲਾਈਵ ਕਵਰੇਜ ਅਸੀਂ ਇੱਥੇ ਖਤਮ ਕਰਦੇ ਹਾਂ ਫੋਰੈਸਟ ਡੇ ਤੇ ਕਵਰੇਜ ਹੋਟਲ ਹੇਅਰ ਪੈਲੇਸ।